Praise the Lord. ਬਹੁਤ ਖੁਸ਼ੀ ਹੈ ਅਸੀਂ ਹਾਊਸ ਆਫ ਗਲੋਰੀ ਚਰਚ ਵਿੱਚ ਆ ਕੇ ਜ਼ਰੂਰ ਫੇਸਬੁੱਕ ਥਣੀ ਹੈ ਪਰ ਉੱਥੇ ਆ ਕੇ ਅਸੀਂ ਤੁਹਾਡੇ ਨਾਲ ਬੱਚਿਆਂ ਨੂੰ ਵੰਡ ਸਕਦੇ ਹਾਂ ਅਤੇ ਸੱਚੀ ਜਦੋਂ ਅਸੀਂ ਯਿਸੂ ਮਸੀਹ ਨੂੰ ਪਾਇਆ ਸੀਗਾ ਜ਼ਰੂਰ ਵੁਲਵਰਹੈਂਪਟਨ ਦੇ ਵਿੱਚ ਅਸੀਂ ਪਹਿਲੀ ਸਿੱਖ ਫੈਮਿਲੀ ਸੀਗੀ। ਵੁਲਵਰਹੈਂਪਟਨ ਸਿਟੀ ਆ ਬਹੁਤ ਵੱਡੀ ਆ ਓਕੇ ਅਸੀਂ ਪਹਿਲੇ ਸੀਗੇ ਜਿਹਨੀ ਸਿੱਖ ਫੈਮਿਲੀ ਦੇ ਵਿੱਚੋਂ ਯਿਸੂ ਮਸੀਹ ਨੂੰ ਪਾਇਆ ਸੀ। ਸੋ ਬਹੁਤ ਤਰ੍ਹਾਂ ਦੀਆਂ ਮੁਸੀਬਤਾਂ ਆਈਆਂ ਸੀਗੀਆਂ ਪਰ ਇੱਕ ਚੀਜ਼ ਸਾਡੇ ਪੱਕੀ ਸੀਗੀ ਬਈ ਯਿਸੂ ਮਸੀਹ ਹਰ ਵੇਲੇ ਸਾਡੇ ਨਾਲ ਸੀ। ਇੱਕ ਜਿਹੜੀ ਆਇਤ ਨੇ ਸਾਨੂੰ ਯਿਸੂ ਮਸੀਹ ਕੋਲ ਲੈ ਕੇ ਆਉਂਦਾ ਸੀ ਉਹ ਸੀਗਾ ਯਹੂਨਾ 14 ਉਹਦੀ 6ਵੀਂ ਆਇਤ ਦੇ ਵਿੱਚ ਯਿਸੂ ਮਸੀਹ ਕਹਿੰਦਾ ਆ I have come that you may have life and have it more abundantly। ਯਿਸੂ ਮਸੀਹ ਕਹਿੰਦਾ ਮੈਂ ਆਇਆ ਸੌਰੀ ਉੱਥੇ ਇੱਦਾਂ ਕਹਿੰਦਾ ਆ ਬਈ I am the way, the truth and the life. No one comes to the Father except through me। ਕਹਿੰਦਾ ਮੈਂ ਹੀ ਰਸਤਾ, ਮੈਂ ਹੀ ਜੀਵਨ, ਮੈਂ ਹੀ ਸੱਚਾਈ ਹਾਂ, ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਆਉਂਦਾ ਨਹੀਂ। ਇਸ ਕਰਕੇ ਇਸ ਆਇਤ ਦੇ ਨਾਲ ਅਸੀਂ ਯਿਸੂ ਮਸੀਹ ਦੇ ਕੋਲ ਆਏ ਸੀ ਅਤੇ ਅਸੀਂ ਸਮਝਿਆ ਸੀ ਬਈ ਇੱਕ ਯਿਸੂ ਮਸੀਹ ਦੀ ਇੱਕ ਗੁਰੂ ਹੀ ਆ ਪਰ ਸੱਚੀ ਹੋਲੀ ਸਪਿਰਿਟ ਸਾਡੇ ਆ ਕੇ ਅੰਦਰ ਕੰਮ ਕਰਨ ਲੱਗ ਪਿਆ ਅਤੇ ਜੀਵਨ ਬਦਲਣ ਲੱਗ ਪਿਆ। ਅਤੇ ਸੋ ਪ੍ਰੇਜ਼ ਦ ਲੋਰਡ ਸਾਨੂੰ ਹੁਣ 46 ਸਾਲ ਹੋ ਗਏ ਜਦੋਂ ਅਸੀਂ ਯਿਸੂ ਮਸੀਹ ਨੂੰ ਪਾਇਆ ਸੀ। ਹਾਲੇ ਤੱਕ ਵੀ ਅਸੀਂ ਬਹੁਤ ਖੁਸ਼ੀ ਹਾਂ। ਸਾਡਾ ਜਿਹੜਾ ਇੱਕ ਵਧੀਆ ਡਿਸੀਸ਼ਨ, ਇੱਕ ਵਧੀਆ ਫੈਸਲਾ ਸੀਗਾ ਸਾਰੀ ਦੁਨੀਆ ਦੇ ਸਾਰੀ ਜੀਵਨ ਦੇ ਵਿੱਚ ਉਹ ਇਹ ਸੀਗਾ ਬਈ ਅਸੀਂ ਪਰਮੇਸ਼ਰ ਦੇ ਨਾਲ ਆਪਣਾ ਰਿਸ਼ਤਾ ਠੀਕ ਕਰ ਰਹੇ ਹਾਂ। ਸੋ ਜਦੋਂ ਵੀ ਅਸੀਂ ਇਸ ਧਰਤੀ ਨੂੰ ਛੱਡ ਕੇ ਜਾਣਾ ਆ ਆਪਾਂ ਨੂੰ ਪਤਾ ਆ ਬਈ ਅਸੀਂ ਸੇਫ ਆ, ਅਸੀਂ ਇੱਕ ਜਗ੍ਹਾ ਦੇ ਵਿੱਚ ਜਾਣਾ ਜਿਹੜੀ ਯਿਸੂ ਮਸੀਹ ਸਾਡੇ ਵਾਸਤੇ ਤਿਆਰ ਕਰ ਰਿਹਾ। ਸੋ ਜੇ ਤੁਸੀਂ ਨਹੀਂ ਫੈਸਲਾ ਕੀਤਾ ਹੈਗਾ ਤੁਸੀਂ ਅੱਜ ਜ਼ਰੂਰ ਕਰ ਰਹੇ ਹੋ। ਅੱਜ ਦਾ ਵਚਨ ਜਿਹੜਾ ਮੈਂ ਸ਼ੇਅਰ ਕਰਨਾ ਆ ਇਹ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਵੰਡਣਾ ਚਾਹੁੰਦਾ ਆ। ਇਹ ਬੇਸਿਕਲੀ ਜਿਹੜੀ ਮੁੜ ਤੋਂ ਗੱਲ ਆ ਉਹ ਮੈਂ ਸ਼ੇਅਰ ਕਰਨੀ ਚਾਹੁੰਦਾ ਆ। ਬਹੁਤ ਵਾਰੀ ਲੋਕੀ ਜਾਣਦੇ ਨਹੀਂ ਹੈਗੇ, ਉਹ ਬਾਈਬਲ ਦੇ ਬਾਰੇ ਪੁੱਛਦੇ ਆ ਅਤੇ ਪਰ ਪਤਾ ਨਹੀਂ ਲੱਗਦਾ ਹੈਗਾ ਜਦੋਂ ਅਸੀਂ ਸਮਝਾਉਣਾ ਹੁੰਦਾ ਵੀ ਕਿੱਥੋਂ ਸ਼ੁਰੂ ਕਰੀਏ ਓਕੇ। ਪਰ ਆਪਾਂ ਜੇ ਮੁੜ ਤੋਂ ਸ਼ੁਰੂ ਕਰੀਏ ਕਈ ਸਾਡੇ ਜਿਹੜੇ ਵਹਿਮ ਆ, ਜਿਹੜੇ ਸਾਡੀ ਪ੍ਰੋਬਲਮਸ ਆ ਉਹ ਸਾਰੀਆਂ ਸੋਲਵ ਹੋਣ ਲੱਗ ਪੈਂਦੀਆਂ, ਉਹਨਾਂ ਦੇ ਜਵਾਬ ਆਉਣ ਲੱਗ ਪੈਂਦੇ ਆ ਜੇ ਅਸੀਂ ਮੁੜ ਤੋਂ ਸ਼ੁਰੂ ਹੁੰਦੇ ਹਾਂ। ਜੇ ਅਸੀਂ ਹੋਰ ਕਿਤੇ ਹੁੰਦੇ ਹਾਂ ਤਾਂ ਫਿਰ ਕਈ ਵਾਰੀ ਲੜੀ ਹਾਲ ਨਾਲ ਕਿਤੇ ਲੱਗਦੀ ਨਹੀਂ ਹੈਗੀ। ਸੋ ਆਪਾਂ ਮੁੜ ਤੋਂ ਅੱਜ ਸ਼ੁਰੂ ਕਰਨਾ ਆ ਅਤੇ ਆਪਾਂ ਦੱਸਣਾ ਆ ਬਈ ਆਦਮੀ ਨੂੰ ਪਹਿਲਾਂ ਪਰਮੇਸ਼ਰ ਨੇ ਬਣਾਇਆ ਕਾਹਤੇ ਸੀਗਾ ਓਕੇ। ਬਹੁਤ ਸਿੰਪਲ ਹੈ, ਬਹੁਤ ਸਕਾਲਾ ਆ, ਇਹਦੇ ਵਿੱਚ ਕੁਛ ਵੀ ਔਖਾ ਨਹੀਂ ਹੈਗਾ, ਜਿਹੜਾ ਮਰਜ਼ੀ ਸਮਝ ਸਕਦਾ ਹੈ। ਸੋ ਆਪਾਂ ਪ੍ਰਕਾਸ਼ ਦੀ ਪੋਥੀ ਦੇ ਵਿੱਚੋਂ ਉਹਦਾ ਪਹਿਲਾ ਹੀ ਚੈਪਟਰ, ਸੋ ਜਦੋਂ ਵੀ ਤੁਸੀਂ ਆਪਣੀ ਬਾਈਬਲ ਖੋਲ੍ਹਣੀ ਆ ਜੇ ਤੁਹਾਡੇ ਕੋਲ ਪੰਜਾਬੀ ਦੀ ਬਾਈਬਲ ਹੈਗੀ ਆ ਅਤੇ ਉਹ ਜੈਨੇਸਿਸ ਦੀ ਕਿਤਾਬ ਅਤੇ ਸੌਰੀ ਮੈਂ ਪ੍ਰਕਾਸ਼ ਕਹਿ ਦਿੱਤਾ ਸੀ, ਜੈਨੇਸਿਸ ਕਹਿਣਾ ਸੀ। ਅਤੇ ਉਹਦਾ ਪਹਿਲਾ ਹੀ ਚੈਪਟਰ ਅਤੇ ਉਹਦੀ ਆਪਾਂ 26 ਆਇਤ ਤੋਂ ਲਾ ਕੇ 28 ਆਇਤ ਤੱਕ ਕਰਕੇ, ਜਿੱਦਾਂ ਸੁਰਿੰਦਰ ਦੱਸਿਆ ਸੀ ਮੈਂ ਪੰਜਾਬੀ ਬੋਲਦਾ ਹਾਂ, ਉਹ ਵੀ ਪੇਂਡੂ ਪੰਜਾਬੀ ਬੋਲਦਾ ਹਾਂ ਕਰਕੇ ਮੈਂ ਪੜ੍ਹੀ ਹੋਈ ਨਹੀਂ ਹੈਗੀ ਪੰਜਾਬੀ ਅਤੇ ਕੰਨ ਦੇ ਨਾਲ ਸਿੱਖੀ ਹੋਈ ਆ। ਸੋ ਸਿੱਧੀ ਜਿਹੀ ਪੰਜਾਬੀ ਆ ਅਤੇ ਪਰ ਸੁਰਿੰਦਰ ਆਪਣੇ ਵਾਸਤੇ ਪੰਜਾਬੀ ਵਿੱਚ ਪੜ੍ਹ ਕੇ ਸੁਣਾਊਗੀ। ਸੋ ਜਦੋਂ ਪਹਿਲਾਂ ਹੀ ਬਾਈਬਲ ਖੋਲ੍ਹਣੀ ਪਹਿਲਾ ਹੀ ਚੈਪਟਰ ਉਹਦੀ 26 ਆਇਤ ਤੋਂ ਲਾ ਕੇ 28 ਆਇਤ ਤੱਕ ਆਪਾਂ ਨੂੰ ਸੁਰਿੰਦਰ ਪੜ੍ਹ ਕੇ ਸੁਣਾਊਗੀ। ਇੱਥੇ ਪਰਮੇਸ਼ਰ ਆਪ ਬੋਲ ਰਿਹਾ ਹੈ। ਹਾਂਜੀ, ਇੱਥੇ ਇੱਦਾਂ ਲਿਖਿਆ ਉਤਪਤ ਦੀ ਕਿਤਾਬ ਜਿਹੜੀ ਪਹਿਲੀ ਕਿਤਾਬ ਪੰਜਾਬੀ ਦੇ ਵਿੱਚ ਬਾਈਬਲ ਦੇ ਵਿੱਚ ਆ, ਉਤਪਤ ਉਹਨੂੰ ਕਿਹਾ ਜਾਂਦਾ ਅਤੇ ਉਹਦੀ ਪਹਿਲਾ ਚੈਪਟਰ ਅਤੇ ਉਹਦੀ 26ਵੀਂ ਆਇਤ ਵਿੱਚ ਇੱਦਾਂ ਲਿਖਿਆ ਤਾਂ ਪਰਮੇਸ਼ਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਪਰ ਸਾਰੇ ਘਿਸਣ ਵਾਲਿਆਂ ਉੱਤੇ ਰਾਜ ਕਰਨ। ਸੋ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ, ਪਰਮੇਸ਼ਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ, ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। ਪਰਮੇਸ਼ਰ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਆਖਿਆ ਕਿ ਫਲੋ ਔਰ ਵਧੋ ਔਰ ਧਰਤੀ ਨੂੰ ਭਰ ਦਿਓ ਅਤੇ ਉਹਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਔਰ ਆਕਾਸ਼ ਦੀਆਂ ਪੰਛੀਆਂ ਉੱਤੇ
ਔਰ ਸਾਰੇ ਧਰਤੀ ਪਰ ਘਿਸਰਨ ਵਾਲਿਆਂ ਉੱਤੇ ਰਾਜ ਕਰੋ। ਆਮੀਨ। ਆਮੀਨ। ਸੋ ਇੱਥੇ ਜੋ ਆਪਾਂ ਪਹਿਲਾਂ ਚੀਜ਼ ਦੇਖਦੇ, ਜੋ ਬਾਈਬਲ ਸ਼ੁਰੂ ਹੀ ਕਰਦੇ ਪੜ੍ਹਨੀ, ਪਰਮੇਸ਼ਰ ਚੀਜ਼ਾਂ ਬਣਾਉਣ ਦਾ ਪੈਂਦਾ। ਉਹਨੇ ਮੱਛੀਆਂ ਬਣਾਈਆਂ, ਉਹਨੇ ਪੰਛੀ ਬਣਾਏ, ਉਹਨੇ ਪਸ਼ੂ ਬਣਾਏ, ਜਿੰਨੀਆਂ ਵੀ ਚੀਜ਼ਾਂ ਆਪਾਂ ਨੂੰ ਦੱਸਦੀਆਂ ਸਾਰੀਆਂ ਪਰਮੇਸ਼ਰ ਨੇ ਬਣਾਈਆਂ। ਬਣਾ ਕੇ ਉਹ ਮਗਰੋਂ ਕਹਿੰਦਾ ਤੁਸੀਂ ਬਹੁਤ ਚੰਗੀ ਹੈ, ਚੰਗੀਆਂ ਚੀਜ਼ਾਂ। ਜਦੋਂ ਸਭ ਕੁਝ ਉਹ ਦੁਨੀਆ ਵਿੱਚ ਬਣਾ ਹਟਿਆ, ਫਿਰ ਉਹ ਕਹਿੰਦਾ ਆ ਜਾਓ ਆਪਾਂ ਆਦਮੀ ਬਣਾਈਏ। ਜਿੰਨੀਆਂ ਵੀ ਚੀਜ਼ਾਂ ਪਰਮੇਸ਼ਰ ਨੇ ਬਣਾਈਆਂ ਸੀ, ਕੋਈ ਵੀ ਆਪਣੀ ਸ਼ਕਲ ਦੇ ਵਿੱਚ ਨਹੀਂ ਬਣਾਈ ਹੈਗੀ। ਜਿੰਨੇ ਵੀ ਪੰਛੀ ਸੀ ਜਾਂ ਮੱਛੀਆਂ ਸੀ ਜਾਂ ਪਸ਼ੂ ਸੀਗੇ, ਕੋਈ ਵੀ ਆਪਣੀ ਸ਼ਕਲ ਵਿੱਚ ਨਹੀਂ ਬਣਾਇਆ ਹੈਗਾ। ਸੋ ਇੱਥੇ ਆਪਣੀ ਕਈ ਵਾਰੀ ਥਿੰਕਿੰਗ ਹੈ ਜਿਹੜੀ, ਆਪਣੇ ਖਿਆਲ ਹੈ, ਇੱਥੇ ਸਿੱਧੇ ਹੋਣ ਲੱਗ ਪੈਂਦੇ ਆ। ਕਈ ਵਾਰੀ ਅਸੀਂ ਆਪਣੇ ਹੱਥਾਂ ਦੇ ਨਾਲ ਚੀਜ਼ਾਂ ਬਣਾ ਕੇ, ਪੰਛੀ ਪਸ਼ੂ ਬਣਾ ਕੇ ਉਹਨਾਂ ਨੂੰ ਪੂਜਣ ਲੱਗ ਪੈਂਦੇ ਆ। ਪਰ ਇੱਥੇ ਆਪਾਂ ਦੇਖਦੇ ਹਾਂ ਉਹਨਾਂ ਦੇ ਵਿੱਚੋਂ ਕੁਛ ਵੀ ਪਰਮੇਸ਼ਰ ਨੇ ਆਪਣੀ ਸ਼ਕਲ 'ਚ ਨਹੀਂ ਬਣਾਇਆ ਸੀਗਾ। ਹੁਣ ਜਦੋਂ ਸਭ ਕੁਝ ਬਣਾ ਹਟਦਾ ਆ, ਉਹ ਕੀ ਕਹਿੰਦਾ ਆ? ਕਹਿੰਦਾ ਆ ਜਾਓ ਆਪਾਂ ਆਦਮੀ ਬਣਾਈਏ ਤੇ ਆਪਣੀ ਸ਼ਕਲ ਦੇ ਵਿੱਚ ਬਣਾਈਏ। ਸੋ ਇੱਥੇ ਹੁਣ ਉਹ ਕੁਛ ਬਣਾਉਣ ਲੱਗਾ ਆ ਜਿਹੜੀ ਪਰਮੇਸ਼ਰ ਦੀ ਸ਼ਕਲ ਦੇ ਵਿੱਚ ਹੋਣਾ ਆ। ਹਾਲੇ ਤੱਕ ਕੋਈ ਵੀ ਪਰਮੇਸ਼ਰ ਦੀ ਸ਼ਕਲ ਵਿੱਚ ਚੀਜ਼ ਨਹੀਂ ਬਣੀ ਹੈਗੀ। ਸੋ ਕੀ ਕਹਿੰਦਾ? ਆ ਜਾਓ ਆਪਾਂ ਆਦਮੀ ਬਣਾਈਏ। ਸੋ ਪਹਿਲੀ ਚੀਜ਼ ਇੱਥੇ ਆਪਾਂ ਦੇਖਦੇ ਹਾਂ, ਜਦੋਂ ਪਰਮੇਸ਼ਰ ਕਹਿੰਦਾ ਆ ਜਾਓ ਆਪਾਂ, ਸੋ ਪਹਿਲਾ ਸਵਾਲ, ਆਪਾਂ ਕਦੇ ਵੀ ਡਰਦੇ ਨਹੀਂ ਸਵਾਲ ਪੁੱਛਣੋਂ। ਕਈ ਵਾਰੀ ਆਪਾਂ ਨੂੰ ਜਵਾਬ ਨਹੀਂ ਆਉਂਦਾ ਹੈਗਾ, ਪਰ ਸਵਾਲ ਫੇਰ ਵੀ ਪੁੱਛ ਸਕਦੇ ਹਾਂ। ਓਕੇ, ਸੋ ਇੱਥੇ ਪਹਿਲਾ ਸਵਾਲ ਇਹ ਆਉਂਦਾ ਆ, ਪਰਮੇਸ਼ਰ ਕਿਹਦੇ ਨਾਲ ਗੱਲਾਂ ਕਰਦਾ ਸੀ? ਓਕੇ, ਕਈ ਕਹਿੰਦੇ ਜੀ ਉਹ ਸਵਰਗਦੂਤਾਂ ਨਾਲ ਕਰਦਾ ਸੀ। ਓਕੇ, ਆਪਾਂ ਇਹਦੇ ਬਾਰੇ ਵੀ ਸੋਚ ਸਕਦੇ ਹਾਂ। ਜੇ ਉਹ ਸਵਰਗਦੂਤਾਂ ਦੇ ਨਾਲ ਗੱਲਾਂ ਕਰਦਾ ਸੀ, ਸਵਰਗਦੂਤ ਪਰਮੇਸ਼ਰ ਵਰਗੇ ਨਹੀਂ ਹੈਗੇ। ਸੋ ਇਦਾਂ ਨਹੀਂ ਉਹ ਕਹਿ ਸਕਦਾ ਆ ਜਾਓ ਆਪਾਂ ਆਦਮੀ ਨੂੰ ਆਪਣੀ ਸ਼ਕਲ 'ਚ ਬਣਾਈਏ। ਸੋ ਕੀ ਹੋਇਆ? ਜੇ ਆਪਾਂ ਇਹਨੂੰ ਸਟੱਡੀ ਕਰਕੇ ਦੇਖਦੇ ਹਾਂ, ਆਪਾਂ ਦੇਖਦੇ ਹਾਂ ਇੱਥੇ ਜਿਹੜਾ ਆ ਜਾਓ ਆਪਾਂ ਕਹਿੰਦਾ ਆ, ਉਹ ਉੱਥੇ 10 ਵੀ ਹੋ ਸਕਦੇ ਆ, 2 ਵੀ ਹੋ ਸਕਦੇ ਆ। ਅੰਗਰੇਜ਼ੀ ਵਿੱਚ ਕਹਿੰਦਾ ਲੈਟ ਅਸ, ਅਸ ਜ਼ਿਆਦਾ ਵੀ ਹੋ ਸਕਦੇ ਆ, 2 ਵੀ ਹੋ ਸਕਦੇ, ਜ਼ਿਆਦਾ ਵੀ ਹੋ ਸਕਦੇ, 100 ਵੀ ਹੋ ਸਕਦਾ। ਓਕੇ, ਪੰਜਾਬੀ ਵਿੱਚ ਵੀ ਇੱਦਾਂ ਹੀ ਹੋ ਸਕਦਾ। ਜਦੋਂ ਆਪਾਂ ਕਹਿੰਦੇ ਆ ਕਿੰਨੇ ਜਾਣੇ ਹੋ ਸਕਦੇ ਆ, 2 ਤੋਂ ਜ਼ਿਆਦਾ ਆਪਾਂ ਨੂੰ ਪਤਾ ਹੈ। ਓਕੇ, ਪਰ ਜਿਹੜਾ ਇੱਥੇ ਜਿਹੜਾ ਹੀਬਰੂ ਦੇ ਵਿੱਚ ਅੱਖਰ ਵਰਤਿਆ ਜਾਂਦਾ ਆ, ਪੰਜਾਬੀ ਦੇ ਵਿੱਚ ਆ ਜਾਓ ਆਪਾਂ ਹੁੰਦਾ, ਅੰਗਰੇਜ਼ੀ ਦੇ ਵਿੱਚ ਲੈਟ ਅਸ, ਇਹਦੇ 2 ਤੋਂ ਜ਼ਿਆਦਾ ਹੋ ਸਕਦੇ ਆ। ਓਕੇ, ਪਰ ਹੀਬਰੂ ਦੇ ਵਿੱਚ ਇੱਕ ਅੱਖਰ ਆ ਜਿਹੜਾ 3 ਜਾਣਿਆਂ ਵਾਸਤੇ ਵਰਤਿਆ ਜਾਂਦਾ ਹੈ, ਉਹ ਇੱਥੇ ਅੱਖਰ ਵਰਤਿਆ ਗਿਆ ਆ। ਸੋ ਜੇ ਆਪਾਂ ਹਬਰਾਨੀ ਦੇ ਵਿੱਚ ਪੜ੍ਹਦੇ ਹਾਂ, ਫਿਰ ਉਦੋਂ ਹੀ ਪਤਾ ਲੱਗ ਜਾਂਦਾ 3 ਜਾਣੇ ਗੱਲ ਕਰ ਰਹੇ ਆ। ਸੋ ਕਿਹੜੇ 3 ਗੱਲ ਕਰਦੇ ਆ? ਫਾਦਰ, ਸਨ ਐਂਡ ਦਾ ਹੋਲੀ ਸਪਿਰਿਟ। 3 ਜਾਣੇ ਸਲਾਹ ਕਰਦੇ ਆ ਜਾਓ ਆਪਾਂ ਆਦਮੀ ਬਣਾਈਏ ਤੇ ਆਪਣੀ ਸ਼ਕਲ 'ਚ ਬਣਾਈਏ। ਸੋ ਇੱਥੇ ਆਦਮੀ ਬਣਾਉਂਦੇ ਆਪਣੀ ਸ਼ਕਲ ਦੇ ਵਿੱਚ ਬਣਾਉਂਦੇ ਆ। ਫਿਰ ਗਾਹਾਂ ਉਹ ਕੀ ਕਹਿੰਦਾ ਆ? ਕਹਿੰਦਾ ਆ ਜਾਓ ਆਪਾਂ ਉਹਨਾਂ ਨੂੰ ਸ਼ਕਤੀ ਦੇਈਏ, ਉਹਨਾਂ ਨੂੰ ਪਾਵਰ ਦੇਈਏ, ਉਹਨਾਂ ਨੂੰ ਡੋਮੀਨੀਅਨ ਦੇਈਏ। ਹਾਲੇ ਤੱਕ ਹੁਣ ਕਿਸੇ ਨੂੰ ਸ਼ਕਤੀ, ਕੋਈ ਪੰਛੀ ਨੂੰ, ਕਿਸੇ ਜਨਾਬ ਕੋਈ ਸ਼ਕਤੀ ਨਹੀਂ ਦਿੱਤੀ ਹੈਗੀ, ਪਰ ਇਸ ਆਦਮੀ ਨੂੰ ਉਹ ਸ਼ਕਤੀ ਦੇਣੀ ਚਾਹੁੰਦਾ ਆ। ਕਹਿੰਦਾ ਉਹ ਜਿਹੜਾ ਆਦਮੀ ਆਪਾਂ ਬਣਾਉਣਾ ਆ, ਜਦੋਂ ਆਦਮੀ ਕਹਿੰਦੇ ਨਾਲ ਔਰਤ ਵੀ ਸੀਗੀ, ਜਦੋਂ ਔਰਤ ਤੇ ਆਦਮੀ ਇਹ ਬਣਾਉਣਾ ਆ, ਕਹਿੰਦਾ ਉਹ ਇਸ ਜਿੰਨੀਆਂ ਵੀ ਮੈਂ ਚੀਜ਼ਾਂ ਬਣਾਈਆਂ ਇਹਨਾਂ ਉੱਤੇ ਰੂਲ ਕਰਨ, ਇਹਨਾਂ ਦੇ ਉੱਤੇ ਰਾਜ ਕਰਨ। ਸੋ ਇੱਥੋਂ ਆਪਾਂ ਨੂੰ ਪਤਾ ਲੱਗਦਾ ਪਰਮੇਸ਼ਰ ਨੇ ਆਦਮੀ ਨੂੰ ਸਭ ਕੁਝ ਦੇ ਉੱਪਰ ਬਣਾਇਆ, ਫਿਰ ਉਹਨੂੰ ਕਹਿੰਦਾ ਇਹਨਾਂ ਚੀਜ਼ਾਂ ਦੇ ਉੱਤੇ ਰਾਜ ਕਰ। ਸੋ ਇੱਥੇ ਆਪਾਂ ਦੇਖਦੇ ਹਾਂ ਆਪਾਂ ਆਪਣੀ ਜਗ੍ਹਾ ਲੂਜ਼ ਕਰ ਹਟ ਬੈਠੇ ਆ। ਜੋ ਪਰਮੇਸ਼ਰ ਨੇ ਸਾਨੂੰ ਹੱਕ ਦਿੱਤਾ ਸੀਗਾ, ਅਸੀਂ ਉਹ ਲੂਜ਼ ਕਰਤਾ ਸੀ, ਹਰਾਤਾ। ਦੇਖਣਾ ਆਪ ਕਿੱਦਾਂ ਹਰਾਇਆ ਸੀ, ਕਿੱਦਾਂ ਲੂਜ਼ ਕਰ ਗਏ। ਸੋ ਇੱਥੇ ਉਹਨੂੰ ਕਹਿੰਦਾ ਰੂਲ ਕਰਨ। ਅੰਗਰੇਜ਼ੀ ਦੇ ਵਿੱਚ ਜਿਹੜਾ ਅੱਖਰ ਬੱਚਾ ਡੋਮੀਨੀਅਨ, ਰਾਜਿਆਂ ਦੇ ਕੋਲ ਡੋਮੇਨ ਹੁੰਦਾ, ਉਹਨਾਂ ਦੇ ਕੋਲ ਡੋਮੀਨੀਅਨ ਹੁੰਦਾ। ਜਿੰਨੀ ਜਗ੍ਹਾ ਦੇ ਵਿੱਚ, ਜਿੰਨੇ ਉਹ ਮੁਲਕਾਂ ਦੇ ਵਿੱਚ ਜਾਂ ਕਿੰਨੇ ਮੁਲਕ ਵਿੱਚ ਉਹ ਰਾਜ ਕਰਦੇ, ਉਹ ਉਹਨਾਂ ਦਾ ਡੋਮੇਨ ਆ, ਉਹ ਉਨੀ ਚੀਜ਼ ਉੱਤੇ ਰਾਜ ਕਰ ਰਹੇ ਆ। ਇੱਥੇ ਪਰਮੇਸ਼ਰ ਆਦਮੀ ਨੂੰ ਸਾਰੀ ਦੁਨੀਆ ਦੇ ਉੱਤੇ ਰੂਲ ਕਰਨ ਨੂੰ ਕਹਿੰਦਾ ਆ। ਤੇ ਸੋ ਇੱਥੇ ਆਪਾਂ ਦੇਖਦੇ ਹਾਂ ਕਹਿੰਦਾ ਤੂੰ ਰੂਲ ਕਰਨਾ ਸਾਰੀ ਦੁਨੀਆ ਤੇ।
ਫਿਰ ਉਹ ਕਹਿੰਦਾ ਵਧੋ ਤਾਂ ਫੜੋ। ਕੀ ਚਾਹੁੰਦਾ ਉਹ ਕਹਿੰਦਾ ਮੈਂ ਇੱਥੇ ਇੱਕ ਗਾਰਡਨ ਬਣਾਤੀ ਆ, ਇੱਕ ਮੈਂ ਬਾਗ ਲਾਤਾ ਆ, ਇਹ ਬਾਗ ਤੁਸੀਂ ਸਾਰੀ ਦੁਨੀਆ ਦੇ ਵਿੱਚ ਲੈ ਕੇ ਜਾਣਾ ਆ, ਇਹ ਬਾਗ ਤੁਸੀਂ ਸਾਰੀ ਦੁਨੀਆ ਦੇ ਵਿੱਚ ਫੈਲਾਉਣਾ ਹੈ। ਇਹ ਜੋ ਪਰਮੇਸ਼ਰ ਨੇ ਹੁਕਮ ਦਿੱਤਾ ਸੀਗਾ ਹੱਲੇ ਵੀ ਬਦਲਿਆ ਨਹੀਂ ਹੈਗਾ, ਹੱਲੇ ਵੀ ਇਦਾਂ ਹੀ ਆ। ਪਰਮੇਸ਼ਰ ਚਾਹੁੰਦਾ ਆ ਜਿੱਦਾਂ ਦਾ ਉਹ ਬਾਗ ਸੀਗਾ ਉਹ ਸਾਰੀ ਦੁਨੀਆ ਦੇ ਵਿੱਚ ਉਹਨਾਂ ਚੰਗਾ ਬਣ ਜਾਵੇ ਕਿ ਇਹ ਪਰਮੇਸ਼ਰ ਦਾ ਪਲਾਨ ਸੀਗਾ। ਪਰ ਆਪਾਂ ਜੈਨੇਸਿਸ ਦੀ ਕਿਤਾਬ ਦੇ ਵਿੱਚ ਪੜ੍ਹ ਕੇ ਦੇਖਦੇ ਹਾਂ ਜੋ ਪਰਮੇਸ਼ਰ ਨੇ ਹੁਕਮ ਦਿੱਤਾ ਸੀਗਾ ਤੇ ਜਿਹੜਾ ਆਦਮੀ ਸੀ ਉਹ ਇੱਥੇ ਲੂਜ਼ ਕਰਕੇ ਬਹਿ ਗਿਆ, ਉਹ ਹਾਰ ਗਿਆ। ਓਕੇ, ਤੇ ਸ਼ੈਤਾਨ ਦੀ ਸ਼ਕਲ, ਜਿਹੜਾ ਸ਼ੈਤਾਨ ਸੀਗਾ ਉਹ ਸੱਪ ਦੀ ਸ਼ਕਲ 'ਚ ਆ ਕੇ ਤੇ ਉਹ ਉਸ ਔਰਤ ਨੂੰ ਭਰਮਾਉਂਦਾ ਆ। ਉਦੋਂ ਪਹਿਲਾਂ ਆਪਾਂ ਨੂੰ ਦੂਸਰੇ ਚੈਪਟਰ ਦੇ ਵਿੱਚ ਆਪਾਂ ਪੜ੍ਹਨਾ ਨਹੀਂ ਹੈਗਾ, ਆਪਣਾ ਟਾਈਮ ਥੋੜ੍ਹੇ ਸੇਵ ਹੋਊ, ਪਰ ਤੁਸੀਂ ਪੜ੍ਹਨਾ ਦੂਸਰਾ ਚੈਪਟਰ ਪੜ੍ਹ ਕੇ ਦੇਖਣਾ। ਉੱਥੇ ਪਰਮੇਸ਼ਰ ਕਹਿੰਦਾ ਆ ਜਿੰਨਾ ਵੀ ਇਹ ਬਾਗ ਆ, ਜਿੰਨੀਆਂ ਵੀ ਇਹਦੇ ਵਿੱਚ ਬਾਗ ਦੇ ਵਿੱਚ ਚੀਜ਼ਾਂ ਸਾਰੀਆਂ ਤੇਰੀਆਂ ਹੀ ਆ, ਜਿੰਨਾ ਮਰਜ਼ੀ ਫਲ ਖਾਈ, ਤੈਨੂੰ ਕੁਛ ਕੰਮ ਨਹੀਂ ਕਰਨਾ ਪੈਣਾ, ਦਰਖਤਾਂ ਨੂੰ ਕਹਿਣਾ ਹੀ ਪੈਣਾ ਹੋ ਜਾ ਤੇ ਉਹਨੇ ਹੋ ਜਾਣਾ। ਇੰਨੀ ਉਹਦੇ ਕੋਲ ਐਡਮ ਦੇ ਕੋਲ ਸ਼ਕਤੀ ਸੀਗੀ। ਓਕੇ, ਉਹਨੂੰ ਹੁਕਮ ਹੀ ਦੇਣਾ ਪੈਣਾ ਸੀ, ਉਦਾਂ ਹੀ ਚੀਜ਼ਾਂ ਹੋ ਜਾਣਗੀਆਂ ਸੀ। ਫਿਰ ਉਹ ਕਹਿੰਦਾ ਇੱਕ ਦਰਖਤ ਮੈਂ ਇੱਥੇ ਲਾਤਾ ਆ, ਇਸ ਦਰਖਤ ਤੋਂ ਫਲ ਨਹੀਂ ਖਾਣਾ ਹੈਗਾ। ਇਹਦੀ ਵੀ ਕਈ ਵਾਰੀ ਬਹੁਤ ਵਧੀਆ ਡਿਬੇਟਾਂ ਲੋਕੀ ਕਰਦੇ ਆ। ਉਹ ਕਹਿੰਦੇ ਜੇ ਪਰਮੇਸ਼ਰ ਚਾਹੁੰਦਾ ਸੀ ਵੀ ਇਹ ਤੋਂ ਫਲ ਨਾ ਖਾਓ, ਫਿਰ ਲਾਇਆ ਕਾਹਤੇ ਉਹਨੇ? ਹੋਰ ਏਦਾਂ ਦੇ ਬਥੇਰਾ ਕਮਲ ਜਿਹਾ ਕੁੱਟਦੇ ਆ। ਓਕੇ, ਪਰ ਮੈਂ ਦੱਸ ਦੇਣਾ ਕਾਹਤੇ ਲਾਇਆ ਸੀ। ਉਹ ਪਰਮੇਸ਼ਰ ਨੇ ਲਾਇਆ ਸੀ ਦੇਖਣ ਨੂੰ ਵੀ ਮੇਰਾ ਲੜਕਾ, ਮੇਰੀ ਲੜਕੀ, ਉਹ ਮੇਰੇ ਆਖੇ ਲੱਗਦੇ ਕਿ ਨਹੀਂ। ਜਿੰਨਾ ਜ਼ਿਕਰ ਅਸੀਂ ਕੁਛ ਕਰਦੇ ਨਹੀਂ ਹੈਗੇ, ਉਹ ਜਿੰਨਾ ਜ਼ਿਕਰ ਸਾਡੇ ਕੋਲ ਕੋਈ ਖੁੱਲੀ ਮਰਜ਼ੀ ਨਹੀਂ ਹੈਗੀ, ਉਹਨਾਂ ਜ਼ਿਕਰ ਸਾਨੂੰ ਪਤਾ ਨਹੀਂ ਹੈਗਾ ਅਸੀਂ ਸੱਚੀ ਪਿਆਰ ਕਰਦੇ ਕਿ ਐਵੇਂ ਮਿੱਚੀ ਆ। ਓਕੇ, ਇੱਥੇ ਪਰਮੇਸ਼ਰ ਨਾਲ ਪਿਆਰ ਜੋ ਕਰਦੇ ਸੀਗੇ ਉਹਦਾ ਇੱਕ ਹੁਕਮ ਮੰਨਣ ਦੀ ਜ਼ਰੂਰਤ ਸੀ। ਇੱਕੋ ਹੀ ਹੁਕਮ ਸੀ, ਉਹ ਕੀ ਸੀਗਾ? ਇਸ ਦਰਖਤ ਤੋਂ ਫਲ ਨਹੀਂ ਖਾਣਾ ਹੈਗਾ। ਪਰ ਕੀ ਹੋਇਆ? ਇੱਕ ਦਿਨ ਪਾ ਕੇ ਸ਼ੈਤਾਨ ਨੇ ਸੱਪ ਦੀ ਸ਼ਕਲ 'ਚ ਆ ਕੇ ਉਹਨਾਂ ਨੂੰ ਭਰਮਾਇਆ। ਕੀ ਹੋਇਆ? ਉਹ ਹਾਰੇ ਗਏ। ਉਹਨੇ ਆਪਣਾ ਜਿਹੜਾ ਹੱਕ ਸੀਗਾ ਉਹ ਸ਼ੈਤਾਨ ਨੂੰ ਵੇਚ ਦਿੱਤਾ। ਕਿਹੜੀ ਚੀਜ਼ ਵਾਸਤੇ ਵੇਚ ਦਿੱਤਾ? ਇੱਕ ਨੌਲੇਜ ਲੈਣ ਵਾਸਤੇ, ਬੁਰੀ ਤੇ ਖਰੀ ਨੌਲੇਜ ਲੈ, ਬੁਰੀ ਨੌਲੇਜ ਲੈਣ ਵਾਸਤੇ। ਲੈ ਲਓ ਜੀ, ਕਿਹੜੀ ਚੀਜ਼ ਵਾਸਤੇ ਵੇਚ ਦਿੱਤਾ। ਓਕੇ, ਸੋ ਇੱਥੇ ਆਪਾਂ ਦੇਖਦੇ ਹਾਂ ਤੇ ਉਹ ਜਦੋਂ ਵੇਚ ਦਿੰਦੇ ਆ ਜਾਂ ਉਹਨੂੰ ਹਾਰ ਜਾਂਦੇ ਆ ਤਾਂ ਹੁਣ ਕੀ ਹੋਇਆ? ਪਹਿਲਾਂ ਪਰਮੇਸ਼ਰ, ਉਹ ਜਦੋਂ ਪਰਮੇਸ਼ਰ ਲੌਡੇ ਵੇਲੇ ਬਾਈਬਲ ਦੱਸਦੀ ਆਉਂਦਾ ਹੁੰਦਾ ਸੀ, ਉਹਨਾਂ ਨਾਲ ਤੁਰਦਾ ਫਿਰਦਾ ਹੁੰਦਾ ਸੀ। ਪਰ ਹੁਣ ਜਦੋਂ ਉਹਨੇ ਉਹ ਫਲ ਖਾ ਲਿਆ, ਇੱਕ ਤਰ੍ਹਾਂ ਉਹਨੇ ਜੋ ਪਰਮੇਸ਼ਰ ਨੇ ਕਿਹਾ ਸੀ ਕਰਨਾ ਨਹੀਂ, ਉਹਨੇ ਕਰ ਲਿਆ। ਹੁਣ ਕੀ ਹੋਇਆ? ਉਹ ਪਾਪ ਹੋ ਗਿਆ। ਹੁਣ ਉਹ ਪਰਮੇਸ਼ਰ ਤੋਂ ਲੁਕਦੇ ਆ। ਹੁਣ ਵੀ ਇਦਾਂ ਹੀ ਆ। ਜਿੰਨੇ ਵੀ ਪਰਮੇਸ਼ਰ ਨਾਲ ਜਦੋਂ ਆਪਾਂ ਚੱਲਦੇ ਹੁੰਦੇ ਆ, ਜਦੋਂ ਆਪਾਂ ਕੋਈ ਗਲਤੀ ਕਰ ਲੈਂਦੇ ਆ, ਫਿਰ ਆਪਾਂ ਲੁਕਦੇ ਹੁੰਦੇ ਆ। ਮੈਂ ਕਈ ਵਾਰੀ ਆਹ ਮਿਸਾਲ ਯੂਜ਼ ਕੀਤੀ, ਸੱਚੀ ਆ। ਮੈਂ 8-9 ਸਾਲਾਂ ਦਾ ਸੀ ਇੰਡੀਆ ਦੇ ਵਿੱਚ, ਤਾਂ ਮੇਰੀ ਛੋਟੀ ਭੈਣ ਮੇਰੇ ਤੋਂ 2 ਸਾਲ ਛੋਟੀ ਸੀ ਤੇ ਅਸੀਂ ਗਾਜਰਾਂ ਪੱਟਦੇ ਆ। ਤੇ ਮੈਂ ਇੱਕ ਬਹੁਤ ਵੱਡੀ ਗਾਜਰ ਦੇਖੀ ਤਾਂ ਮੇਰੀ ਭੈਣ ਨੇ ਦੋ ਉਹਨੂੰ ਫੜ ਲਿਆ ਵੀ ਮੈਂ ਪੱਟਣੀ ਆ ਇਹ। ਮੈਂ ਕਹਿੰਦਾ ਮੈਂ ਪੱਟਣੀ ਆ। ਮੇਰੇ ਹੱਥ ਦੇ ਵਿੱਚ ਕਹੀ ਆ, ਮੈਂ ਉਹਨੂੰ ਕਹਿੰਦਾ ਪਰੇ ਹੋ ਜਾ, ਮੈਂ ਤਾਂ ਤੇ ਕਹੀ ਮਾਰਨੀ ਆ। ਉਹ ਪਰੇ ਨਹੀਂ ਹੁੰਦੀ, ਮੈਂ ਕਹੀ ਮਾਰ ਦਿੱਤੀ। ਉਹਦੇ ਮੱਥੇ ਤੇ ਲੱਗੀ ਤੇ ਖੂਨ ਹੀ ਖੂਨ ਹੋ ਗਿਆ ਤੇ ਮੈਂ ਲੁਕ ਗਿਆ। ਮੈਂ ਸਾਰੀ ਦਿਹਾੜੀ, ਮੈਨੂੰ ਘਰ ਵਾਲੇ ਟੋਲਦੇ ਫਿਰਦੇ ਆ, ਪਰ ਮੈਂ ਲੁਕਿਆ। ਡਰਦਾ ਨਿਕਲਦਾ ਨਹੀਂ, ਕਾਹਦੇ ਕਰਕੇ? ਮੈਂ ਗਲਤੀ ਕਰ ਲਈ। ਇੱਥੇ ਵੀ ਆਪਾਂ ਦੇਖਦੇ ਆ ਜਦੋਂ ਆਦਮੀ ਨੇ ਗਲਤੀ ਕਰ ਲਈ, ਹੁਣ ਉਹ ਲੁਕਿਆ ਆ। ਪਰਮੇਸ਼ਰ ਆਉਂਦਾ ਤੇ ਉਹ ਲੁਕਿਆ ਆ ਤੇ ਫਿਰ ਪਰਮੇਸ਼ਰ ਉਹਨੂੰ ਪੁੱਛਦਾ ਆ, ਕਹਿੰਦਾ ਐਡਮ ਤੂੰ ਕਿੱਥੇ ਆ? ਕਿੱਥੇ ਡਿੱਗ ਪਿਆ? ਕਿੱਥੇ ਆ ਤੂੰ? ਤੇ ਜਿਹੜਾ ਮੈਂ ਕਿਹਾ ਸੀ ਤੂੰ ਕਰਨਾ ਨਹੀਂ, ਉਹ ਕਰ ਲਿਆ? ਕਹਿੰਦਾ ਹਾਂਜੀ। ਅਸੀਂ ਇੱਦਾਂ ਨਹੀਂ ਕਿਹਾ ਵੀ ਮੇਰੀ ਗਲਤੀ ਸੀ। ਕਹਿੰਦਾ ਆ ਜਿਹੜੀ ਤੂੰ ਔਰਤ ਦਿੱਤੀ ਸੀ ਮੈਨੂੰ, ਕਹਿੰਦਾ ਇਹਨੇ ਮੈਨੂੰ ਕਹਿੰਦਾ ਭਰਮਾ ਲਿਆ। ਜਦੋਂ ਉਹਦੇ ਨਾਲ ਗੱਲ ਕੀਤੀ, ਈਵ ਦੇ ਨਾਲ ਗੱਲ ਕੀਤੀ, ਉਹ ਕਹਿੰਦੀ ਉਹ ਜਿਹੜਾ ਸੱਪ ਸੀਗਾ ਉਹਨੇ ਭਰਮਾ ਲਿਆ। ਹੁਣ ਕੀ ਹੋਇਆ? ਇੱਕ ਦੂਏ ਤੋਂ ਦੂਏ ਤੇ ਜਾਈ ਜਾਂਦਾ।
ਆਪਣੀ ਰਿਸਪੌਂਸਿਬਿਲਿਟੀ, ਆਪਣੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੁੰਦੇ ਹੈਗੇ। ਸੋ ਇੱਥੇ ਆਪਾਂ ਦੇਖਦੇ ਹਾਂ ਪਰਮੇਸ਼ਰ ਨੇ ਫਿਰ ਜਿਹੜੀ ਧਰਤੀ ਸੀ ਉਹਨੂੰ ਸਰਾਫ ਦੇ ਦਿੱਤਾ, ਜਿਹੜਾ ਸੱਪ ਸੀਗਾ ਉਹਨੂੰ ਸਰਾਫ ਦੇ ਦਿੱਤਾ, ਜਿਹੜੀ ਔਰਤ ਸੀਗੀ ਉਹਨੂੰ ਸਰਾਫ ਦੇ ਦਿੱਤਾ, ਕਰਸਡ ਹੋ ਗਿਆ। ਪਰ ਪਰਮੇਸ਼ਰ ਨੇ ਇੱਕ ਉਦੋਂ ਹੀ ਤੀਸਰੇ ਚੈਪਟਰ 'ਚ ਆਪਾਂ ਦੇਖਦੇ ਹਾਂ ਪਰਮੇਸ਼ਰ ਨੇ ਇੱਕ ਵਾਅਦਾ ਕੀਤਾ, ਕਹਿੰਦਾ ਤੂੰ ਆਦਮੀ ਦੇ ਸੱਪ ਨੂੰ ਕਹਿੰਦਾ ਵੀ ਤੂੰ ਆਦਮੀ ਦੇ ਕਹਿੰਦਾ ਡੰਗ ਮਾਰਦਾ ਗਿੱਟੇ ਉੱਤੇ, ਕਹਿੰਦਾ ਉਹ ਤੇਰੇ ਮੈਂ ਇੱਕ ਨੂੰ ਭੇਜੂਗਾ ਜਿਹੜਾ ਕਹਿੰਦਾ ਤੇਰੇ ਸਿਰ ਦੇ ਵਿੱਚ ਮਾਰੂਗਾ। ਤੇ ਫਿਰ ਜਦੋਂ ਆਪਾਂ ਓਲਡ ਟੈਸਟਮੈਂਟ ਪੜ੍ਹ ਕੇ ਦੇਖਦੇ ਹਾਂ ਬਾਰ-ਬਾਰ ਆਈ ਜਾਂਦਾ, ਉਹ ਦੱਸਦਾ ਸਾਨੂੰ ਮੈਂ ਇੱਕ ਨੂੰ ਭੇਜਣਾ, ਮੈਂ ਇੱਕ ਨੂੰ ਭੇਜਣਾ, ਮੈਂ ਇੱਕ ਨੂੰ ਭੇਜਣਾ, ਉਹਨੇ ਆਹ ਕੰਮ ਕਰਨਾ, ਉਹਨੇ ਆਹ ਕੰਮ ਕਰਨਾ। ਤੇ ਉਹ ਉਹਦੇ ਬਾਰੇ ਦੱਸੀ ਜਾਂਦਾ ਵੀ ਦੇਖ ਲਾ 4000 ਸਾਲ 3-4000 ਸਾਲ ਲੰਘ ਗਿਆ ਤੇ ਉਹ ਇਦਾਂ ਹੀ ਦੱਸੀ ਜਾਂਦਾ ਇੱਕ ਨੇ ਆਉਣਾ, ਇੱਕ ਨੇ ਆਉਣਾ। ਪਰ ਹੁਣ ਪਰਮੇਸ਼ਰ ਦੇ ਕੋਲ ਇੱਕ ਮੁਸੀਬਤ ਆ। ਉਹ ਕੀ ਮੁਸੀਬਤ ਆ? ਇਸ ਦੁਨੀਆ ਦੇ ਵਿੱਚ ਹੁਣ ਪਾਪ ਆ ਗਿਆ। ਪਰਮੇਸ਼ਰ ਹੁਣ ਜਿੱਦਾਂ ਅੱਗੇ ਆਦਮੀ ਨਾਲ ਫੈਲੋਸ਼ਿਪ ਕਰ ਸਕਦਾ ਸੀ, ਉਹਨਾਂ ਸੰਗਤੀ ਕਰ ਸਕਦਾ, ਹੁਣ ਕਰ ਨਹੀਂ ਸਕਦਾ ਹੈਗਾ। ਇੱਕ ਕੰਧ ਆ ਗਈ ਹੈ ਗੱਬੇ। ਪਰਮੇਸ਼ਰ ਦੇ ਤਾਂ ਆਦਮੀ ਦੇ ਹੁਣ ਇੱਕ ਕੰਧ ਆ ਗਈ ਗੱਬੇ। ਸੋ ਪਰਮੇਸ਼ਰ ਨੇ ਇੱਕ ਬਲੀ ਰੱਖੀ ਹੋਈ ਆ। ਜਦੋਂ ਉਹ ਭੇਡ ਦੀ ਬਲੀ ਦਿੰਦੇ ਆ ਤੇ ਉਹਦੇ ਨਾਲ ਉਹਨਾਂ ਦਾ ਰਿਸ਼ਤਾ ਪਰਮੇਸ਼ਰ ਦੇ ਨਾਲ ਠੀਕ ਹੋ ਜਾਂਦਾ ਥੋੜੇ ਟਾਈਮ ਵਾਸਤੇ, ਤੇ ਉਹਨਾਂ ਗੱਲਬਾਤ ਕਰ ਸਕਦਾ ਉਹਨਾਂ ਦਾ। ਉਹ ਵੀ ਉਦਾਂ ਨਹੀਂ ਜਿੱਦਾਂ ਅੱਗੇ ਕਰਦਾ ਸੀ, ਜਿੱਦਾਂ ਅੱਗੇ ਉਹਨਾਂ ਨਾਲ ਆ ਕੇ ਲਹੂੜੇ ਵੇਲੇ ਤੁਰਦਾ ਫਿਰਦਾ ਹੁੰਦਾ ਸੀ, ਫੈਲੋਸ਼ਿਪ ਕਰਦਾ ਸੀ। ਤਾਂ ਬਾਈਬਲ ਫਿਰ ਆਪਾਂ ਨੂੰ ਦੱਸਦੀ ਹੈ ਰੋਮੀਓ ਦੀ ਕਿਤਾਬ ਦੇ ਵਿੱਚ ਉਹਦਾ 5ਵੇਂ ਚੈਪਟਰ ਦੀ 18ਵੀਂ ਆਇਤ ਸੁਰਿੰਦਰ ਆਪਾਂ ਨੂੰ ਪੜ੍ਹ ਕੇ ਸੁਣਾਉਗੀ। ਰੋਮੀਓ 5:18, Romans chapter 5 verse 18। ਇੱਥੇ ਉਹ ਆਪਾਂ ਨੂੰ ਦੱਸਦਾ ਆ ਇਹ ਜਿਹੜਾ ਪਾਪ ਸੀਗਾ ਇੱਕ ਆਦਮੀ ਥਾਣੀ ਆਇਆ, ਇੱਕ ਆਦਮੀ ਲਿਜਾ ਸਕਦਾ। ਹਾਂਜੀ, ਰੋਮੀਓ ਦੀ ਕਿਤਾਬ ਨਵੇਂ ਨੇਮ ਦੇ ਵਿੱਚ, ਨਿਊ ਟੈਸਟਮੈਂਟ ਦੇ ਵਿੱਚ, ਉਹਦਾ 5ਵਾਂ ਚੈਪਟਰ ਤੇ 18ਵੀਂ ਆਇਤ ਮੈਂ ਪੜ੍ਹਦੀ ਹਾਂ। ਉਪਰੰਤ ਜਿਵੇਂ ਇੱਕ ਅਪਰਾਧ ਦੇ ਕਾਰਨ ਸਭਨਾ ਮਨੁੱਖਾਂ ਉੱਤੇ ਦੋਸ਼ ਲੱਗਾ, ਤਿਵੇਂ ਹੀ ਧਰਮ ਦੇ ਇੱਕ ਕੰਮ ਦੇ ਕਾਰਨ ਸਭਨਾ ਮਨੁੱਖਾਂ ਲਈ ਮਾਫੀ ਅਤੇ ਜੀਵਨ ਮਿਲਿਆ। ਸੋ ਇੱਥੇ ਕਿਹਾ ਇੱਕ ਆਦਮੀ ਦੇ ਦੋਸ਼ ਦੇ ਕਾਰਨ ਸਾਰਿਆਂ ਦੇ ਉੱਤੇ ਦੋਸ਼ ਲੱਗ ਗਿਆ। ਹੁਣ ਜਿੰਨੇ ਵੀ ਐਡਮ ਦੀ ਔਲਾਦ ਆ ਉਹਨਾਂ ਉੱਤੇ ਸਾਰਿਆਂ ਉਹਨਾਂ ਦੇ ਉਹ ਪਾਪੀ ਨਿਕਲਣੇ ਆ। ਉਹਨਾਂ ਦੇ ਜਿਹੜਾ ਅੰਦਰ ਖੂਨ ਹੁਣ ਵਗਦਾ ਉਹ ਪਾਪੀ ਖੂਨ ਆ। ਬੇਸ਼ੱਕ ਦੀ ਜਦੋਂ ਆਪਣੇ ਬੱਚੇ ਹੁੰਦੇ ਆ, ਬੇਸ਼ੱਕ ਦੀ ਉਹਨੇ ਕੋਈ ਗਲਤੀ ਨਹੀਂ ਕੀਤੀ ਹੈਗੀ, ਪਰ ਫੇਰ ਵੀ ਕਰਕੇ ਉਹਨਾਂ ਦੇ ਵਿੱਚ ਪਾਪੀਆਂ ਦਾ ਖੂਨ ਵਗਦਾ ਆ ਤੇ ਉਹ ਆਟੋਮੈਟਿਕਲੀ ਪਾਪੀ ਆ। ਸੋ ਇੱਥੇ ਇਹ ਆਪਾਂ ਨੂੰ ਦੱਸ ਰਿਹਾ ਆ ਜਿੰਨੇ ਵੀ ਇਸ ਦੁਨੀਆ ਵਿੱਚ ਆਏ ਆ ਸਾਰੇ ਪਾਪੀ ਆ। ਸੋ ਜਿਹੜੇ ਆਦਮੀ ਪਰਮੇਸ਼ਰ ਨੇ ਆਦਮੀ ਲੈਣਾ ਆ ਉਹ ਕਿੱਥੋਂ ਲਊਗਾ ਜਿਹੜਾ ਪਾਪ ਤੋਂ ਬਗੈਰ ਹੋਊਗਾ? ਕਰਕੇ ਜਿੰਨੇ ਵੀ ਇਸ ਹਾਲਾਤ ਤੋਂ ਹੋਣੇ ਆ ਉਹ ਸਾਰੇ ਪਾਪੀ ਹੋਣੇ ਆ। ਸੋ ਕਿੱਥੋਂ ਆਦਮੀ ਲਊਗਾ ਜਿਹੜਾ ਇਸ ਚੀਜ਼ ਨੂੰ ਮੋੜ ਸਕਦਾ, ਜਿਹੜਾ ਇਸ ਚੀਜ਼ ਦਾ ਇਲਾਜ ਕਰ ਸਕਦਾ ਆ? ਉਹ ਪਾਪਾਂ ਤੋਂ ਬਗੈਰ ਚਾਹੀਦਾ ਆ, ਪਰ ਕਿੱਥੋਂ ਪਰਮੇਸ਼ਰ ਲਊਗਾ? ਅੱਗੇ ਉਹਨੇ ਮਿੱਟੀ ਤੋਂ ਬਣਾਇਆ ਸੀ, ਪਰ ਹੁਣ ਮਿੱਟੀ ਤੋਂ ਵੀ ਨਹੀਂ ਬਣਾ ਸਕਦਾ ਕਰਕੇ ਮਿੱਟੀ ਨੂੰ ਉਹਨੇ ਸਰਾਫ ਦੇ ਦਿੱਤਾ, ਕਰਸ ਕਰ ਦਿੱਤਾ। ਸੋ ਹੁਣ ਕਿੱਥੋਂ ਪਰਮੇਸ਼ਰ ਲਊਗਾ? ਪਰਮੇਸ਼ਰ ਨੇ ਇਸ ਤਰ੍ਹਾਂ ਕੀਤਾ। ਆਪਾਂ ਲੂਕਾ ਦੀ ਕਿਤਾਬ ਦੇ ਵਿੱਚ ਪੜ੍ਹਦੇ ਹਾਂ ਕਹਾਣੀ, ਤੇ ਮੈਂ ਸੁਰਿੰਦਰ ਨੂੰ ਕਹਿੰਦਾ ਆਪਣੇ ਵਾਸਤੇ ਪੜ੍ਹਦੀ, ਥੋੜ੍ਹੀ ਜਿਹੀ ਲੰਮੀ ਆ ਪਰ ਆਪਾਂ ਫੇਰ ਵੀ ਪੜ੍ਹਦੇ ਕਰਕੇ ਬਹੁਤ ਇੰਪੋਰਟੈਂਟ ਤੇ ਖਾਸ ਆ। ਪਹਿਲਾ ਚੈਪਟਰ ਉਹਦੀ 26 ਆਇਤ ਤੋਂ ਲਾ ਕੇ 34 ਆਇਤ ਤੱਕ ਪੜ੍ਹਾਂਗੇ ਆਪਾਂ। ਲੂਕਾ ਦੀ ਕਿਤਾਬ ਲੂਕ chapter 1 verse 26 to 34। 26। ਹਾਂਜੀ, ਲੂਕਾ ਦੀ ਕਿਤਾਬ ਇਹ ਵੀ ਨਿਊ ਟੈਸਟਮੈਂਟ ਦੇ ਵਿੱਚ ਆ। ਉਹਦੀ 26 ਆਇਤ ਤੋਂ ਲੈ ਕੇ ਤੇ ਆਪਾਂ 34 ਤੱਕ ਪੜਾਂਗੇ, ਠੀਕ ਹੈ? ਹਾਂਜੀ। 6ਵੇਂ ਮਹੀਨੇ ਜਿਬਰੈਲ ਦੂਤ ਪਰਮੇਸ਼ਰ ਦੀ ਵੱਲੋਂ ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ ਇੱਕ ਕੁਆਰੀ ਦੇ ਕੋਲ ਭੇਜਿਆ ਗਿਆ, ਜਿਹਦੀ ਕੜਮਾਈ ਯੂਸੁਫ ਕਰਕੇ ਦਾਊਦ ਦੇ ਘਰਾਣੇ ਦੇ ਇੱਕ ਪੁਰਸ਼ ਨਾਲ ਹੋਈ ਸੀ, ਔਰ ਉਸ ਕੁਆਰੀ ਦਾ ਨਾਮ ਸੀ ਮਰੀਅਮ। ਅਤੇ ਉਸਨੇ ਉਹਦੇ ਕੋਲ ਅੰਦਰ ਆਣ ਕੇ ਕਿਹਾ, ਵਧਾਈਓ ਜਿਹਦੇ ਉੱਤੇ ਕਿਰਪਾ ਹੋਈ, ਪ੍ਰਭੂ ਤੇਰੇ ਨਾਲ ਹੈ। ਪਰ ਉਹ ਇਸ ਬਚਨ ਤੋਂ ਬਹੁਤ ਘਬਰਾਈ ਔਰ ਸੋਚਣ ਲੱਗੀ
ਜੋ ਇਹ ਕਿਹੋ ਜਿਹੀ ਵਧਾਈ ਹੈ। ਦੂਤ ਨੇ ਉਹਨੂੰ ਆਖਿਆ, ਹੇ ਮਰੀਅਮ, ਨਾ ਡਰ, ਕਿਉਂ ਜੋ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ, ਅਤੇ ਵੇਖ ਤੂੰ ਗਰਭਵਤੀ ਹੋਵੇਂਗੀ ਔਰ ਪੁੱਤਰ ਜਣੇਗੀ, ਅਤੇ ਉਹਦਾ ਨਾਮ ਯਿਸੂ ਰੱਖਣਾ। ਉਹ ਮਹਾਨ ਹੋਵੇਗਾ ਅਤੇ ਅੱਤ ਮਹਾਨ ਦਾ ਪੁੱਤਰ ਸਦਾਵੇਗਾ, ਅਤੇ ਪ੍ਰਭੂ ਪਰਮੇਸ਼ਰ ਉਹਦੇ ਪਿਤਾ ਦਾਊਦ ਦਾ ਤਖਤ ਉਹਨੂੰ ਦੇਵੇਗਾ। ਉਹ ਜੁਗੋ ਜੁਗ ਯਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹਦੇ ਰਾਜ ਦਾ ਅੰਤ ਨਾ ਹੋਵੇਗਾ। ਤਦ ਮਰੀਅਮ ਨੇ ਦੂਤ ਨੂੰ ਆਖਿਆ, ਇਹ ਕੀਕਰ ਹੋਵੇਗਾ ਜਦ ਮੈਂ ਪੁਰਸ਼ ਨੂੰ ਹੀ ਨਹੀਂ ਜਾਣਦੀ। ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਔਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ। ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਅਤੇ ਪਰਮੇਸ਼ਰ ਦਾ ਪੁੱਤਰ ਕਹਾਵੇਗਾ। ਆਮੀਨ। ਮੈਂ ਆਪਣੇ ਅੱਖਰਾਂ ਦੇ ਵਿੱਚ ਕਹਾਣੀ ਦੱਸਦਾ। ਓਕੇ, ਕਈ ਵਾਰੀ ਸਮਝ ਨਹੀਂ ਸਕਾਲੀ ਹੋ ਜਾਂਦੀ ਹੈ। ਉਹ ਇੱਦਾਂ ਆ, ਪਰਮੇਸ਼ਰ ਨੇ ਗੈਬਰੀਅਲ ਦੇ ਨਾਲ, ਆਪਾਂ ਪੰਜਾਬੀ 'ਚ ਜੈਬਰੀਅਲ ਸਾਦੇ ਹਾਂ, ਪਰ ਗੈਬਰੀਅਲ ਦੇ ਨਾਲ ਜਿਹੜਾ ਸਵਰਗਦੂਤ ਸੀਗਾ, ਜਿਹੜਾ ਇੱਕ ਵਨ ਦਾ ਆਪਾਂ ਕਹਿ ਸਕਦੇ ਹਾਂ ਸਰਦਾਰ ਸਵਰਗਦੂਤ ਸੀਗਾ ਸਵਰਗਾਂ ਦੇ ਵਿੱਚ, ਪਰਮੇਸ਼ਰ ਪਿਤਾ ਜੀ ਨੇ ਉਹਨਾਂ ਦੇ ਨਾਲ ਗੱਲ ਕੀਤੀ। ਕਹਿੰਦਾ, ਗੈਬਰੀਅਲ, ਮੇਰਾ ਇੱਕ ਸੁਨੇਹਾ ਲੈ ਕੇ ਜਾ, ਮੇਰਾ ਇੱਕ ਸ਼ਬਦ ਲੈ ਕੇ ਜਾ, ਮਰੀਅਮ ਨੂੰ ਜਾ ਕੇ ਦੇ ਗਿਆ। ਸੋ ਗੈਬਰੀਅਲ ਨੂੰ ਪਰਮੇਸ਼ਰ ਸ਼ਬਦ ਦਿੰਦਾ ਆ। ਸ਼ਬਦ ਕੀ ਆ? ਤੂੰ ਇੱਕ ਬੱਚਾ ਜਨਮੂਗੀ, ਤੂੰ ਇੱਕ ਲੜਕਾ ਜਨਮੂਗੀ। ਤੇ ਗੈਬਰੀਅਲ ਪਰਮੇਸ਼ਰ ਦੇ ਕੋਲੋਂ ਲੈ ਕੇ ਆਉਂਦਾ ਆ ਤੇ ਉਹ ਮਰੀਅਮ ਨੂੰ ਲਿਆ ਕੇ ਦਿੰਦਾ ਆ। ਮਰੀਅਮ ਪਰਮੇਸ਼ਰ ਦਾ ਜਿਹੜਾ ਸ਼ਬਦ ਆ ਉਹਨੂੰ ਕਬੂਲ ਕਰਦੀ ਆ, ਤੇ ਪਰ ਉਹ ਇਹ ਕਹਿੰਦੀ ਪਰ ਮੈਨੂੰ ਤਾਂ ਕੋਈ ਆਦਮੀ ਨਹੀਂ ਜਾਣਦਾ, ਇਹ ਕਿੱਦਾਂ ਹੋ ਸਕਦੀ ਆ, ਮੈਂ ਕਿੱਦਾਂ ਬੱਚਾ ਜਨਮ ਸਕਦੀ ਆ। ਤੇ ਜਿਹੜਾ ਗੈਬਰੀਅਲ ਹੈ ਉਹ ਜਵਾਬ ਇਹ ਦਿੰਦਾ, ਰੂਹ ਆਤਮਾ ਤੇਰੇ ਤੇ ਆਊਗਾ। ਤੇ ਕੀ ਹੋਇਆ? ਸੋ ਇਦਾਂ ਹੀ ਹੋਈ, ਪਰਮੇਸ਼ਰ ਨੇ ਸ਼ਬਦ ਬੋਲਿਆ, ਗੈਬਰੀਅਲ ਲੈ ਕੇ ਆਇਆ, ਮਰੀਅਮ ਨੇ ਕਬੂਲ ਕਰ ਲਿਆ। 9 ਮਹੀਨੇ ਪਰਮੇਸ਼ਰ ਦਾ ਸ਼ਬਦ ਆਪਣੇ ਅੰਦਰ ਰੱਖਿਆ ਤੇ ਉਹਦੇ ਉੱਤੇ ਮਾਸ ਆ ਗਿਆ। ਜਿਹੜਾ ਸ਼ਬਦ ਸੀ ਉਹਦੇ ਉੱਤੇ ਮਾਸ ਆ ਗਿਆ। ਤੁਸੀਂ ਕਹਿਣਾ, ਜਗਦੀਸ਼, ਮੈਂ ਤਾਂ ਇਦਾਂ ਦਾ ਕੋਈ ਸੁਣਿਆ ਨਹੀਂ ਹੈਗਾ। ਤੁਸੀਂ ਮੋਸਟਲੀ ਸੁਣ ਕੇ ਹਟਿਆ। ਦੂਸਰਾ ਵੀ ਆਪਾਂ ਦੇਖਦੇ ਹਾਂ, ਜਿਹੜਾ ਸ਼ਬਦ ਸੀ, ਸ਼ਬਦ ਦੇ ਉੱਤੇ ਮਾਸ ਆ ਗਿਆ। ਓਕੇ, ਆਪਾਂ ਯਹੂਨਾ ਉਹਦਾ ਪਹਿਲਾ ਚੈਪਟਰ, ਜੌਨ ਚੈਪਟਰ 1 ਉਹਦਾ ਵਰਸ 14ਵਾਂ ਆਇਤ ਪੜ੍ਹਦੇ ਹਾਂ, ਵਰਸ 14। ਯਹੋਨਾ ਦੀ ਇੰਜੀਲ ਨਿਊ ਟੈਸਟਮੈਂਟ ਦੇ ਵਿੱਚ ਆ, ਲੂਕਾ ਤੋਂ ਬਾਅਦ ਵਿੱਚ ਹੀ ਆ, ਤੇ ਉਹਦਾ ਪਹਿਲਾ ਚੈਪਟਰ ਤੇ ਉਹਦੀ 14ਵੀਂ ਆਇਤ, ਯਾਨੀ ਕਿ 14 ਵਰਸ। ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ, ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ। ਆਮੀਨ। ਕੀ ਕਹਿੰਦਾ? ਸ਼ਬਦ ਦੇਹਧਾਰੀ ਹੋਇਆ। ਜਿਹੜਾ ਪਰਮੇਸ਼ਰ ਨੇ ਸ਼ਬਦ ਬੋਲਿਆ ਸੀ, ਗੈਬਰੀਅਲ ਲੈ ਕੇ ਆਇਆ ਮਰੀਅਮ ਦੇ ਕੋਲ। ਮਰੀਅਮ ਨੇ ਆਪਣੇ ਪੇਟ ਦੇ ਵਿੱਚ ਰੱਖਿਆ 9 ਮਹੀਨੇ ਤੇ ਉਹਦੇ ਉੱਤੇ ਦੇਹ ਆ ਗਈ। ਹੁਣ ਇੱਕ ਬੱਚਾ ਆ ਜਿਹੜਾ ਇਸ ਦੁਨੀਆ ਦੇ ਵਿੱਚ ਆਇਆ, ਉਹਦੇ ਅੰਦਰ ਉਹਦੇ ਪੇ ਦਾ ਖੂਨ ਨਹੀਂ ਹੈਗਾ, ਉਹਦੇ ਅੰਦਰ ਪਵਿੱਤਰ ਖੂਨ ਆ। ਸੋ ਹੁਣ ਕੀ ਆ? ਇੱਕ ਬੱਚਾ ਦੁਨੀਆ ਦੇ ਵਿੱਚ ਆ ਗਿਆ ਆ ਜਿਹਦੇ ਖੂਨ ਦੇ ਵਿੱਚ ਪਾਪ ਨਹੀਂ ਹੈਗਾ, ਬਿਨਾਂ ਪਾਪ ਤੋਂ। ਸੋ ਪ੍ਰੇਜ਼ ਦ ਲਾਰਡ। ਸੱਚੀ ਵਡਿਆਈ ਦੀ ਗੱਲ ਆ। ਤਾਂ ਹੀ ਕੁਆਰੀ ਤੋਂ ਜਨਮਣਾ ਖਾਸ ਜ਼ਰੂਰੀ ਸੀਗਾ ਇਸ ਦੁਨੀਆ ਦੇ ਵਿੱਚ। ਉਸ ਜ਼ਮਾਨੇ 'ਚ ਬੜਾ ਪਤਾ ਨਹੀਂ ਸੀ, ਪਰ ਇਸ ਜ਼ਮਾਨੇ 'ਚ ਆਪਾਂ ਨੂੰ ਪਤਾ ਆ, ਜਿਹੜਾ ਬੱਚੇ ਦੇ ਅੰਦਰ ਖੂਨ ਹੁੰਦਾ, ਸਪੈਸ਼ਲੀ ਲੜਕੇ ਦੇ ਵਿੱਚ ਖੂਨ ਹੁੰਦਾ, ਉਹਦੇ ਪੇ ਦਾ ਖੂਨ ਹੁੰਦਾ। ਅੱਜ ਕੱਲ੍ਹ ਇੱਥੇ ਮੈਨੂੰ ਸਾਰੀ ਦੁਨੀਆ ਵਿੱਚ ਹੀ ਇੱਦਾਂ ਹੋਣਾ, ਪਰ ਇੱਥੇ ਇੰਗਲੈਂਡ ਦੇ ਵਿੱਚ ਬਹੁਤ ਕੇਸ ਹੁੰਦੇ ਆ। ਤੇ ਕਈ ਵਾਰੀ ਲੜਕੀ ਦੇ ਕੋਈ ਬੱਚਾ ਹੋ ਜਾਂਦਾ ਆ ਤੇ ਗੌਰਮੈਂਟ ਪੁੱਛਦੀ ਆ ਵੀ ਇਹ ਕਿਹਦਾ ਬੱਚਾ ਆ, ਉਹਨੂੰ ਖਰਚਾ ਦੇਣਾ ਪੈਣਾ। ਤੇ ਉਹ ਕਹਿੰਦੀ ਆ, ਉਹ ਦੱਸਦੀ ਆ ਵੀ ਫਲਾਣੇ ਨਾਲ ਮੈਂ ਫਿਰਦੀ ਸੀ, ਉਹਦਾ ਬੱਚਾ ਆ। ਤੇ ਉਹ ਜਦੋਂ ਉਹਨੂੰ ਚਿੱਠੀ ਪਾਉਂਦੇ ਆ ਤੇ ਉਹ ਮੋਰੇ ਉਹ ਕਹਿੰਦਾ ਆ, ਮੈਨੂੰ ਕੀ ਪਤਾ ਮੇਰਾ ਆ, ਇਹ ਤਾਂ ਬਹੁਤਿਆਂ ਨਾਲ ਫਿਰਦੀ ਸੀ। ਫਿਰ ਉਹ ਕੀ ਕਰਦੇ ਆ,
ਉਹਦਾ ਖੂਨ ਲੈਂਦੇ ਆ ਤੇ ਬੱਚੇ ਦਾ ਖੂਨ ਲੈਂਦੇ ਆ, ਤੇ ਉਸੇ ਵੇਲੇ ਉਹਨਾਂ ਨੂੰ ਪਤਾ ਲੱਗ ਜਾਂਦਾ ਕੌਣ ਪਏ ਆ। ਸੋ ਕੀ ਹੋਇਆ, ਇੱਥੇ ਪਰਮੇਸ਼ਰ ਨੂੰ ਇਹਨਾਂ ਚੀਜ਼ਾਂ ਦਾ ਪਹਿਲਾਂ ਹੀ ਪਤਾ ਹੈ। ਹੁਣ ਜਿਹੜਾ ਯਿਸੂ ਮਸੀਹ ਦੇ ਵਿੱਚ ਇਸ ਬੱਚੇ ਦੇ ਅੰਦਰ ਖੂਨ ਵਗਦਾ ਆ, ਉਹ ਪਵਿੱਤਰ ਆ, ਉਹ ਹੋਲੀ ਪਰਮੇਸ਼ਰ ਦੇ ਕੋਲੋਂ ਆਇਆ ਆ। ਉਹਦਾ ਖੂਨ, ਤਾਂ ਹੀ ਜਦੋਂ ਬਾਈਬਲ ਦੇ ਬਾਰੇ ਆਪਾਂ ਖੂਨ ਦੇ ਬਾਰੇ ਗੱਲ ਕਰਦੇ ਆ, ਆਪਾਂ ਨੂੰ ਪਤਾ ਲੱਗਦਾ ਵੀ ਕਿੰਨਾ ਖਾਸ ਹੈ, ਕਿੰਨਾ ਖੂਨ ਉਹ ਇੰਪੋਰਟੈਂਟ ਹੈ। ਉਹ ਸਵਰਗਾਂ ਦੇ ਵਿੱਚੋਂ ਆਇਆ ਸੀਗਾ। ਹੁਣ ਪਰਮੇਸ਼ਰ ਦੇ ਕੋਲ ਇੱਕ ਆਦਮੀ ਹੈਗਾ ਦੁਨੀਆ ਦੇ ਵਿੱਚ ਜਿਹਦੇ ਅੰਦਰ ਪਵਿੱਤਰ ਖੂਨ ਵਗਦਾ ਹੈ। ਹੁਣ ਇੱਕ ਚੀਜ਼ ਇਹ ਕਰਕੇ ਇੱਥੇ ਦੇਖਣ ਦੀ ਜ਼ਰੂਰਤ ਆ, ਉਹ ਕੀ ਆ, ਬਈ ਉਹ ਪਾਪ ਤੋਂ ਬਗੈਰ ਦੁਨੀਆ ਦੇ ਵਿੱਚ ਰਹਿ ਸਕਦਾ ਹੈ। ਯਿਸੂ ਮਸੀਹ ਨੇ 33 ਸਾਲ ਇਸ ਦੁਨੀਆ ਦੇ ਵਿੱਚ ਰਿਹਾ। ਜਦੋਂ ਉਹ ਆਪਣੇ ਚੇਲਿਆਂ ਦੇ ਨਾਲ ਸੀਗਾ ਤੇ ਉਹ ਬਹੁਤ ਵਾਰੀ ਆਹ ਸਵਾਲ ਪੁੱਛਦਾ ਹੁੰਦਾ ਸੀ, ਤੁਹਾਡੇ ਵਿੱਚੋਂ ਕਿਹੜਾ ਮੇਰੇ ਵਿੱਚ ਪਾਉਂਦਾ ਪਾਪ? ਕੋਈ ਵੀ ਉਹਦੇ ਵਿੱਚ ਕੋਈ ਪਾਪ ਪਾ ਨਹੀਂ ਸਕਿਆ। ਕਾਹਤੇ? ਕਰਕੇ ਉਹਦੇ ਵਿੱਚ ਪਾਪ ਹੈ ਨਹੀਂ ਸੀਗਾ, ਉਹ ਬਿਨਾਂ ਪਾਪ ਤੋਂ ਸੀਗਾ। ਸੱਚੀ ਜਿਹੜੇ ਉਹਦੇ ਬੈਰੀ ਵੀ ਸੀਗੇ, ਉਹ ਕਹਿੰਦੇ ਆਪਾਂ ਕਿੱਦਾਂ ਉਹਨੂੰ ਫੜ ਸਕਦੇ ਆ, ਉਹਨੇ ਤਾਂ ਕੋਈ ਗਲਤੀ ਨਹੀਂ ਕੀਤੀ ਹੈਗੀ। ਫਿਰ ਜਦੋਂ ਜੱਜ ਦੇ ਮੂਹਰੇ ਲੈ ਕੇ ਜਾਂਦੇ ਆ, ਜੱਜ ਆਪਣੇ ਹੱਥ ਧੋਂਦਾ ਆ, ਕਹਿੰਦਾ ਮੈਂ ਇਹਦੇ ਵਿੱਚ ਕੋਈ ਗੁਨਾਹ ਨਹੀਂ ਪਾਉਂਦਾ ਹੈਗਾ। ਜਿਹਨੇ ਉਹਨੂੰ ਜੂਡਸ ਨੇ ਫੜਵਾਇਆ ਸੀਗਾ, ਉਹ ਵੀ ਕਹਿੰਦਾ ਮੈਂ ਇੱਕ ਬਿਨਾਂ ਪਾਪ ਤੋਂ ਆਦਮੀ ਤੁਹਾਡੇ ਕੋਲ ਫੜਾਤਾ, ਕਹਿੰਦਾ ਮੈਂ ਗਲਤੀ ਕੀਤੀ ਆ। ਸੋ ਕੀ ਹੋਇਆ, ਜਿੰਨੇ ਵੀ ਅਸੀਂ ਦੇਖਦੇ ਹਾਂ ਸਾਰਿਆਂ ਦੀ ਇਹ ਅਗਵਾਈ ਸੀਗੀ, ਉਹ ਬਿਨਾਂ ਪਾਪ ਤੋਂ ਆ। ਸੋ ਹੁਣ ਇੱਕ ਹੋਰ ਚੀਜ਼, ਟੈਸਟ ਇੱਕ ਹੋਰ ਆਉਣ ਵਾਲੀ ਆ, ਕਿੱਦਾਂ ਉਹ ਸਾਡੀ ਮੌਤੇ ਮਰਨ ਨੂੰ ਤਿਆਰ ਆ। ਆਪਾਂ ਰੋਮੀਓ ਦੀ ਕਿਤਾਬ ਦੇ ਵਿੱਚੋਂ ਪੜ੍ਹਿਆ ਸੀ, ਇੱਕ ਜਾਣੇ ਆਦਮੀ ਦੇ ਨਾਲ ਪਾਪ ਆਇਆ ਸੀ, ਇੱਕ ਜਾਣਾ ਚੱਕ ਕੇ ਲਿਜਾ ਸਕਦਾ ਹੈ। ਪਰ ਸਵਾਲ ਇਹ ਆ ਵੀ ਉਹ ਕਰਨ ਨੂੰ ਤਿਆਰ ਆ। ਗੈਸਮੀ ਦੇ ਬਾਗ ਦੇ ਵਿੱਚ ਪਰਮੇਸ਼ਰ ਯਿਸੂ ਮਸੀਹ ਨੂੰ ਸਭ ਕੁਝ ਦਿਖਾਉਂਦਾ ਆ। ਬਾਈਬਲ ਆਪਾਂ ਨੂੰ ਦੱਸਦੀ ਆ, ਉਹਦੇ ਜਿਹੜੀ ਗਰਮੀ ਹੁੰਦੀ ਆ, ਉਹ ਖੂਨ ਦੀਆਂ ਧਾਰਾਂ ਨਿਕਲਦੀਆਂ, ਤੈਵਕੇ ਨਿਕਲਦੇ ਉਹਦੀ ਗਰਮੀ ਦੇ, ਜਿਹੜੇ ਖੂਨ ਦੇ ਤੈਵਕੇ ਹੁੰਦੇ ਆ। ਕਰਕੇ ਜਦੋਂ ਦੇਖਦਾ ਕਿੱਦਾਂ ਉਹਦੇ ਸਰੀਰ ਨੂੰ ਵੱਢਿਆ ਜਾਣਾ ਆ, ਕਿੱਦਾਂ ਸ਼ੰਕਿਆਂ ਦੇ ਨਾਲ ਟੁੱਕਿਆ ਜਾਣਾ ਆ, ਤਾਂ ਫਿਰ ਪਰਮੇਸ਼ਰ ਨੂੰ ਕਹਿੰਦਾ ਫਾਦਰ, ਪਿਤਾ, ਹੋਰ ਕੋਈ ਰਸਤਾ ਹੈ ਨਹੀਂਗਾ। ਤੇ ਪਰਮੇਸ਼ਰ ਦਾ ਜਵਾਬ ਇਹੀ ਸੀ, ਹੋਰ ਕੋਈ ਰਸਤਾ ਹੈ ਨਹੀਂ, ਇਹੀ ਰਸਤਾ ਆ। ਤੈਨੂੰ ਸਾਰੀ ਦੁਨੀਆ ਦੀ ਸਜ਼ਾ ਚੱਕਣੀ ਪੈਣੀ ਆ। ਪਰ ਯਿਸੂ ਮਸੀਹ ਦਾ ਇਹ ਜਵਾਬ ਹੁੰਦਾ, ਕਹਿੰਦਾ ਜੇ ਹੋਰ ਕੋਈ ਰਸਤਾ ਨਹੀਂ ਹੈਗਾ, if there is no other way, then Father, your will be done, ਫਿਰ ਤੇਰੀ ਮਰਜ਼ੀ ਪੂਰੀ ਹੋਵੇ। ਸੋ ਹੁਣ ਆਪਾਂ ਕੀ ਪਾਇਆ, ਉਹ ਸਾਡੀ ਸਜ਼ਾ ਚੱਕਣ ਨੂੰ ਤਿਆਰ ਹੈ। ਇਹ ਬਾਈਬਲ ਦੀ ਕਹਾਣੀ ਆ। This is the story of the Bible। ਬਹੁਤ ਈਜ਼ੀ, ਬਹੁਤ ਸਕਾਲੀ ਅਸੀਂ ਸਮਝ ਸਕਦੇ ਹਾਂ, ਤੇ ਬਹੁਤ ਸਮਝਾਉਣੀ ਵੀ ਸਕਾਲੀ ਆ, ਔਖੀ ਨਹੀਂ ਹੈਗੀ। ਸੋ ਐਡਮ ਜਿਹੜਾ ਸੀ, ਉਹਨੇ ਪਾਪ ਕੀਤਾ ਸੀ। ਸਾਰੀ ਦੁਨੀਆ ਵਿੱਚ ਜਾਤੀ ਪਾਪ ਉਹ ਵਗ ਰਹਿੰਦਾ ਹੈ, ਕਰਕੇ ਅਸੀਂ ਸਾਰੇ ਉਹਦੇ ਨਸਲ ਦੇ ਵਿੱਚੋਂ ਆਏ ਆ, ਤੇ ਕੋਈ ਵੀ ਪਾਪ ਤੋਂ ਬਗੈਰ ਨਹੀਂ ਹੈਗਾ। ਪਰ ਪਰਮੇਸ਼ਰ ਕਹਿੰਦਾ ਜਿੰਨਿਆਂ ਨੇ ਵੀ ਪਾਪ ਕੀਤਾ, ਉਨੀ ਸਾਰਿਆਂ ਨੇ ਨਰਕਾਂ ਨੂੰ ਜਾਣਾ ਹੈ। ਆਪਾਂ ਰੋਮੀਓ ਦੀ ਕਿਤਾਬ ਦੇ ਵਿੱਚ ਉਹਦੀ 10 ਚੈਪਟਰ, ਉਹਦੀ 23 ਆਇਤ ਦੇ ਵਿੱਚ ਇੱਦਾਂ ਸਾਨੂੰ ਦੱਸਦਾ ਹੈ। ਰੋਮੀਓ ਉਹਦੇ 3 ਚੈਪਟਰ ਤੇ ਉਹਦੀ 23 ਜਾਨੀ ਕਿ 23 ਆਇਤ ਵਿੱਚ ਲਿਖਿਆ, ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ। ਆਮੀਨ। ਕਿਉਂ? ਜਿੰਨੇ ਵੀ ਦੁਨੀਆ ਚ ਆਏ ਆ, ਸਭਨਾਂ ਨੇ, ਸਾਰਿਆਂ ਨੇ ਪਾਪ ਕੀਤਾ, ਤੇ ਉਹ ਪਰਮੇਸ਼ਰ ਦੇ ਪ੍ਰਤਾਪ ਤੋਂ, ਉਹਦੀ ਗਲੋਰੀ ਤੋਂ, ਉਹਦੀ ਹਜ਼ੂਰੀ ਤੋਂ ਉਹ ਬਾਹਰ ਰਹਿ ਗਏ। ਜਿੰਨੇ ਮਰਜ਼ੀ ਅਸੀਂ ਚੰਗੇ ਕੰਮ ਕਰੀ ਚੱਲੀਏ, ਜਿੰਨੇ ਮਰਜ਼ੀ ਅਸੀਂ ਪਾਠ ਕਰੀ ਚੱਲੀਏ, ਜਿੰਨੇ ਮਰਜ਼ੀ ਅਸੀਂ ਓੜ ਪੋੜ ਕਰੀ ਚੱਲੀਏ, ਜਿੰਨੀਆਂ ਮਰਜ਼ੀ ਅਸੀਂ ਪਵਿੱਤਰ ਜਗ੍ਹਾ ਨੂੰ ਵਿਜ਼ਿਟ ਕਰੀ ਚੱਲੀਏ, ਸਾਡੇ ਪਾਪ ਨਹੀਂ ਮਾਫ ਹੋਣੇ ਹੈਗੇ। ਸਾਨੂੰ ਉਹਦੀ ਸਜ਼ਾ ਦੇਣੀ ਪੈਣੀ ਆ।
ਉਹਦੀ ਬਾਈਬਲ ਦੱਸਦੀ ਆ ਪਾਪਾਂ ਦੀ ਮਜ਼ਦੂਰੀ ਮੌਤ ਆ। okay? ਪਰ ਜਿਹੜੀ ਪਰਮੇਸ਼ਰ ਸਾਨੂੰ ਗਿਫਟ ਦਿੰਦਾ ਆ ਉਹ ਫ੍ਰੀ ਗਿਫਟ ਆ ਤੇ ਉਹ ਇਟਰਨਲ ਲਾਈਫ, ਉਹ ਸਦਾ ਦਾ ਜੀਵਨ ਆ। ਸੋ ਇੱਥੇ ਸਾਨੂੰ ਬਹੁਤ ਆਪਾਂ ਪੜ੍ਹਿਆ ਸੀਗਾ, ਜਿਹੜਾ ਰੋਮੀਓ ਦੀ ਕਿਤਾਬ ਸੀ ਉਹਦਾ 5ਵਾਂ ਚੈਪਟਰ 18ਵੀਂ ਆਇਤ ਪੜ੍ਹੀ ਸੀ। ਹੁਣ ਆਪਾਂ 19 ਵੀ ਨਾਲ ਪੜ੍ਹਦੇ, ਫਿਰ ਆਪਾਂ ਨੂੰ ਕਲੀਅਰਲੀ ਸਮਝਣ ਲੱਗ ਪੈਂਦਾ ਆ ਪਰਮੇਸ਼ਰ ਨੇ ਸਾਡੇ ਵਾਸਤੇ ਜਿਹੜਾ ਸੀਗਾ ਇੱਕ ਥਾਣੀ ਪਾਪ ਆਇਆ ਸੀ, ਇੱਕ ਚੱਕ ਕੇ ਲੈ ਗਿਆ। ਹੁਣ ਅਸੀਂ ਵੀ ਧਰਮਬਾਜੀ ਬਣ ਸਕਦੇ ਹਾਂ। ਹਾਂਜੀ ਰੋਮੀਓ, ਹਾਂਜੀ 5:18 ਤੇ 19। ਹਾਂਜੀ ਰੋਮਨ ਦੇ 5 ਚੈਪਟਰ ਤੇ ਉਹਦੀ 19ਵੀਂ ਆਇਤ ਵਿੱਚ ਲਿਖਿਆ, ਕਿਉਂਕਿ ਜਿਵੇਂ ਉਸ ਇੱਕ ਮਨੁੱਖ ਦੀ ਅਣਆਗਿਆਕਾਰੀ ਦੇ ਕਾਰਨ ਬਹੁਤ ਲੋਕ ਪਾਪੀ ਠਹਿਰਾਏ ਗਏ, ਤਿਵੇਂ ਹੀ ਇਸ ਇੱਕ ਦੀ ਆਗਿਆਕਾਰੀ ਦੇ ਕਾਰਨ ਹੀ ਬਹੁਤ ਧਰਮੀ ਠਹਿਰਾਏ ਜਾਣਗੇ। ਆਮੇਨ। ਸੋ ਕੀ ਹੋਇਆ? ਇੱਕ ਦੇ ਕਾਰਨ ਬਹੁਤ ਪਾਪੀ ਮਰ ਗਏ ਸੀ। ਜਿਹੜਾ ਐਡਮ ਸੀਗਾ ਉਹਦੇ ਥਾਣੀ ਅਸੀਂ ਪਾਪੀ ਹੋ ਗਏ। ਇੱਕ ਹੁਣ ਯਿਸੂ ਮਸੀਹ ਆਇਆ, ਉਹਦੇ ਥਾਣੀ ਅਸੀਂ ਧਰਮੀ ਬਣ ਸਕਦੇ ਹਾਂ। ਜੇ ਤੁਸੀਂ ਆਪਣੇ ਕੰਮਾਂ ਤੇ ਭਰੋਸਾ ਰੱਖਦੇ ਆ, ਹਰ ਵੇਲੇ ਛੋਟ ਰਹਿ ਜਾਣਾ। ਮੈਨੂੰ ਪਤਾ ਜਦੋਂ ਮੈਂ ਯਿਸੂ ਮਸੀਹ ਕੋਲ ਨਹੀਂ ਆਇਆ ਸੀ, ਸਾਨੂੰ ਇਹੀ ਸਿੱਖਿਆ ਹੁੰਦੀ ਸੀ, ਇੱਕ ਦਿਨ ਸਾਡੇ ਕੰਮ ਜੋਖੇ ਜਾਣੇ ਆ। ਓਕੇ, ਮੰਦੇ ਕੰਮ ਕਿੰਨੇ, ਚੰਗੇ ਕੰਮ ਕਿੰਨੇ, ਜਿਹੜੇ ਜੇ ਚੰਗੇ ਜ਼ਿਆਦਾ ਹੋਏ ਤਾਂ ਫਿਰ ਸਵਰਗਾਂ ਚੱਲ ਜਾਣਾ। ਨਹੀਂ, ਸੱਚੀ ਨਹੀਂ ਗੱਲ ਹੈਗੀ। ਜੇ ਸਾਡੇ ਇੱਕ ਵੀ ਪਾਪ ਹੋਇਆ, ਅਸੀਂ ਸਵਰਗਾਂ ਵਿੱਚ ਨਹੀਂ ਜਾ ਸਕਦੇ ਹੈਗੇ। ਬਾਈਬਲ ਇਹੀ ਦੱਸਦੀ ਆ। ਸੋ ਸੱਚੀ ਇੱਕੋ ਹੀ ਤਰ੍ਹਾਂ ਅਸੀਂ ਸਵਰਗਾਂ ਵਿੱਚ ਜਾ ਸਕਦੇ, ਇੱਕੋ ਹੀ ਤਰ੍ਹਾਂ ਸਾਡਾ ਰਸਤਾ ਪਰਮੇਸ਼ਰ ਪਿਤਾ ਦੇ ਨਾਲ ਠੀਕ ਹੋ ਸਕਦਾ ਆ। ਉਹ ਕਿੱਦਾਂ ਆ? ਜਦੋਂ ਅਸੀਂ ਜਿਹੜਾ ਪਰਮੇਸ਼ਰ ਨੇ ਰਸਤਾ ਬਣਾਇਆ, ਜਿਹੜਾ ਪਿਤਾ ਜੀ ਨੇ ਰਸਤਾ ਬਣਾਇਆ, ਜੇ ਅਸੀਂ ਉਸ ਰਸਤੇ ਨੂੰ ਫੜਿਆ, ਜੇ ਅਸੀਂ ਆਪਣਾ ਰਸਤਾ ਬਣਾ ਕੇ ਉੱਤੇ ਚੱਲਦੇ ਹਾਂ, ਪਰਮੇਸ਼ਰ ਕਹਿੰਦਾ ਉਹ ਛੋਟ ਰਹਿ ਜਾਣਾ, ਮੇਤੀ ਪਹੁੰਚਣਾ ਨਹੀਂ ਹੈਗਾ। ਮੈਂ ਕਈ ਵਾਰੀ ਇੱਦਾਂ ਸਮਝਾਉਣਾ ਹੁੰਦਾ। ਫਰਜ਼ ਰੱਖ ਲਓ ਕੋਈ ਆਦਮੀ ਸੀ ਇਸ ਦੁਨੀਆ ਦੇ ਉੱਤੇ, ਥੋੜ੍ਹੇ ਚਿਰ ਹੋਇਆ ਇੱਥੇ ਇੰਗਲੈਂਡ ਦੇ ਵਿੱਚ ਕੋਈ ਆਦਮੀ ਸੀਗਾ, ਉਹਨੇ 1970s ਵਿੱਚ 50 ਸਾਲ ਹੋ ਗਏ ਉਹਨੇ ਖੂਨ ਕੀਤਾ ਸੀ। 50 ਸਾਲ ਹੋ ਗਿਆ ਉਹ ਫੜ ਨਹੀਂ ਹੋਇਆ। ਹੁਣ ਉਹ ਫੜ ਹੋ ਗਿਆ। ਉਹ ਹੁਣ ਜੇ ਕਵੇ ਗੌਰਮੈਂਟ ਦੇ ਮੂਹਰੇ ਜਾ ਕੇ, ਜੱਜ ਦੇ ਮੂਹਰੇ ਜਾ ਕੇ ਕਵੇ ਹਾਂਜੀ ਮੈਂ ਖੂਨ ਤਾਂ ਕੀਤਾ ਸੀਗਾ, ਪਰ ਹੁਣ ਨੀਅਰਲੀ 50 ਸਾਲ ਲੰਘ ਗਏ ਆ, ਮੈਂ ਕੋਈ ਗਲਤੀ ਨਹੀਂ ਕੀਤੀ, ਮੈਂ ਤਾਂ ਜੀ ਬਹੁਤ ਸੋਹਣਾ ਚੰਗਾ ਕੰਮ ਰਿਹਾ, ਮੈਂ ਤਾਂ ਗਰੀਬਾਂ ਦੀ ਵੀ ਹੈਲਪ ਕਰਦਾ ਸੀ, ਮੈਂ ਵੀ ਆਹ ਵੀ ਕਰਦਾ, ਮੈਂ ਕਿੱਦਾਂ ਉਹਨੂੰ ਮਾਫ ਹੋ ਜਾਊਗਾ? ਨੋ, ਉਹਨੂੰ ਹੱਲੇ ਵੀ ਉਹਦੀ ਸਜ਼ਾ ਮਿਲਣੀ ਆ ਜਿਹੜਾ ਉਹਨੇ ਖੂਨ ਕੀਤਾ ਸੀਗਾ। ਜਿਹੜੇ ਅਸੀਂ ਪਾਪ ਕੀਤੇ ਹੋਏ ਆ, ਬੇਸ਼ੱਕ ਦੀ ਉਦੋਂ ਬਾਅਦ ਅਸੀਂ ਕੁਛ ਨਹੀਂ ਕੀਤਾ ਹੈਗਾ, ਫੇਰ ਵੀ ਸਾਨੂੰ ਸਜ਼ਾ ਉਹ ਮਿਲਣੀ ਆ। ਸਜ਼ਾ ਕੀ ਆ? ਮੌਤ, ਨਰਕਾਂ ਦੇ ਵਿੱਚ, ਪਰਮੇਸ਼ਰ, ਜਿੱਥੇ ਪਰਮੇਸ਼ਰ ਤੋਂ ਜੁਦਾ। ਉਹ ਸਦਾ ਵਾਸਤੇ ਹੈ, ਕਦੇ ਵੀ ਫਿਨਿਸ਼ ਨਹੀਂ ਹੁੰਦਾ ਹੈਗਾ। ਇੱਦਾਂ ਨਹੀਂ ਵੀ ਤੁਸੀਂ ਉੱਥੇ 4 ਸਾਲ ਕੱਢ ਕੇ ਤਾਂ ਆ ਜਾਓਗੇ, ਨੋ, ਸਦਾ ਵਾਸਤੇ ਉੱਥੇ ਆ। ਸੋ ਸੱਚੀ ਇਹ ਇੱਕੋ ਹੀ ਰਸਤਾ ਆ, ਉਹ ਰਸਤਾ ਜਿਹੜਾ ਪਰਮੇਸ਼ਰ ਨੇ ਆਪ ਬਣਾਇਆ ਆ। ਆਦਮੀ ਤੇ ਅਸੀਂ ਭਰੋਸਾ ਨਹੀਂ ਰੱਖ ਸਕਦੇ ਹੈਗੇ, ਜਗਦੀਸ਼ ਦੇ ਰਸਤੇ ਤੇ ਅਸੀਂ ਭਰੋਸਾ ਨਹੀਂ ਰੱਖ ਸਕਦੇ ਹੈਗੇ, ਪਰ ਪਰਮੇਸ਼ਰ ਦੇ ਰਸਤੇ ਤੇ ਅਸੀਂ ਰੱਖ ਸਕਦੇ ਹਾਂ। ਪਰਮੇਸ਼ਰ ਪਹਿਲੇ ਯਹੂਨਾ ਵਿੱਚ ਉਹਦੀ 5ਵੀਂ ਚੈਪਟਰ ਤੇ ਉਹਦੀ 12ਵੀਂ ਆਇਤ, ਜਿਹੜੇ ਪਿੱਛੇ ਖਾਤਿਆ ਯਹੂਨਾ ਦੇ, ਉਹਦੀ ਗੱਲ ਆਪਾਂ ਕਰਦੇ ਹਾਂ, ਤੇ ਉਹਦਾ 5:12 ਦੇ ਵਿੱਚ ਇੱਦਾਂ ਲਿਖਿਆ ਆ। ਹਾਂਜੀ, ਇਹ ਐਨ ਅਖੀਰੀ ਤੇ ਜਾ ਕੇ ਇਹ ਪ੍ਰਕਾਸ਼ ਦੀ ਪੋਥੀ ਤੋਂ ਪਹਿਲਾਂ 1 ਜੌਨ ਯਾਨੀ ਕਿ ਪਹਿਲਾ ਯਹੂਨਾ ਦੀ ਪੱਤਰੀ, ਉਹਦਾ 5ਵਾਂ ਚੈਪਟਰ ਤੇ ਉਹਦੀ 12ਵੀਂ ਆਇਤ ਵਿੱਚ ਇੱਦਾਂ ਲਿਖਿਆ, ਜਿਹਦੇ ਕੋਲ ਪੁੱਤਰ ਹੈ ਉਹਦੇ ਕੋਲ ਜੀਵਨ ਹੈ, ਜਿਹਦੇ ਕੋਲ ਪਰਮੇਸ਼ਰ ਦਾ ਪੁੱਤਰ ਨਹੀਂ ਹੈ ਉਹਦੇ ਕੋਲ ਜੀਵਨ ਵੀ ਨਹੀਂ ਹੈ। ਆਮੇਨ। ਬਹੁਤ ਸਿੱਧਾ ਆ, ਉਹਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਹੈਗੀ। ਜਿਹਦੇ ਕੋਲ ਪੁੱਤਰ ਆ ਉਹਦੇ ਕੋਲ ਸਦਾ ਦਾ ਜੀਵਨ ਹੈ। ਆਮੇਨ। ਜਿਹਦੇ ਕੋਲ ਪੁੱਤਰ ਹੈ ਨਹੀਂਗਾ ਉਹਦੇ ਕੋਲ ਸਦਾ ਦਾ ਜੀਵਨ ਹੈ ਨਹੀਂਗਾ। ਉਹ ਦੋਸ਼ ਲੱਗੂਗਾ, ਉਹਨੂੰ ਸਜ਼ਾ ਮਿਲੂਗੀ। ਸੋ ਸੱਚੀ ਬਾਈਬਲ ਬਹੁਤ ਕਲੀਅਰ ਆ, ਬਹੁਤ ਸਾਫ਼ ਆ, ਅਸੀਂ ਭੁਲੇਖਾ ਨਹੀਂ ਖਾ ਸਕਦੇ ਹੈਗੇ। ਇਦੋਂ ਵੀ ਬਹੁਤ ਕਲੀਅਰ ਆ। ਮੈਂ ਯਹੂਨਾ ਦੇ ਵਿੱਚੋਂ
ਉਹਦਾ 14-16 ਦੇ 6 ਵਿੱਚੋਂ ਪੜ੍ਹਿਆ ਸੀ। ਆਪਾਂ ਇੱਕ ਵਾਰੀ ਫੇਰ ਪੜ੍ਹਦੇ ਹਾਂ। ਹੋ ਸਕਦਾ ਤੁਸੀਂ ਹਾਲੇ ਵੀ ਸੋਚਦੇ ਹੋਵੋ ਅਸੀਂ ਹੋਰ ਕਿਸੇ ਤਰ੍ਹਾਂ ਪਰਮੇਸ਼ਰ ਦੇ ਕੋਲ ਜਾ ਸਕਦੇ, ਪਰ ਜਾ ਨਹੀਂ ਸਕਦੇ ਹੈਗੇ। ਇੱਥੇ ਜੀਸਸ ਆਪ ਬੋਲਦਾ ਆ 14:6 ਯਹੂਨਾ 14:6। ਇਹ ਯਹੋਨਾ ਗੋਸਪਲ ਵਾ, ਜਿਹਨੂੰ ਜੌਨ ਦਾ ਗੋਸਪਲ ਕਹਿੰਦੇ ਆ, ਤੇ ਉਹਦਾ 14ਵਾਂ ਚੈਪਟਰ ਤੇ ਉਹਦੀ 6 ਆਇਤ ਵਿੱਚ ਇਦਾਂ ਲਿਖਿਆ, ਯਿਸੂ ਨੇ ਉਹਨੂੰ ਆਖਿਆ, ਰਾਹ ਅਤੇ ਸੱਚਾਈ ਅਤੇ ਜੀਵਨ ਮੈਂ ਹਾਂ, ਕੋਈ ਮੇਰੇ ਵਸੀਲੇ ਤੋਂ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ। ਸੋ ਇੰਨਾ ਕਲੀਅਰ ਆਪਾਂ ਦੂਸਰੀ ਵਾਰੀ ਹੁਣ ਪੜ੍ਹ ਹਟਿਆ, ਇੰਨਾ ਕਲੀਅਰ ਕੋਈ ਆਪਾਂ ਕਹਿ ਨਹੀਂ ਸਕਦੇ ਹੈਗੇ ਬਈ ਉਹ ਕਹਿੰਦਾ ਇਹ ਪਰਮੇਸ਼ਰ ਬਿਨਾਂ ਯਿਸੂ ਮਸੀਹ ਤੋਂ ਅਸੀਂ ਪਰਮੇਸ਼ਰ ਦੇ ਕੋਲ ਆ ਨਹੀਂ ਸਕਦੇ। ਕਾਹਦੇ? ਜਿਹੜੀ ਪਾਪ ਦੀ ਕੰਧ ਆ ਉਹ ਸਾਨੂੰ ਰੋਕਦੀ ਆ। ਪਰਮੇਸ਼ਰ ਪਾਪ ਨੂੰ ਦੇਖ ਨਹੀਂ ਸਕਦਾ ਹੈਗਾ। ਜਦੋਂ ਯਿਸੂ ਮਸੀਹ ਕ੍ਰੋਸ ਉੱਤੇ ਸੀਗਾ, ਪਹਿਲੀ ਵਾਰੀ ਯਿਸੂ ਮਸੀਹ ਦੇ ਜੀਵਨ ਦੇ ਵਿੱਚ ਪਰਮੇਸ਼ਰ ਨੇ ਆਪਣਾ ਉਹ ਤੋਂ ਮੂੰਹ ਮੋੜ ਲਿਆ। ਪਹਿਲੀ ਵਾਰੀ 33 ਸਾਲ ਉਹ ਇਸ ਧਰਤੀ ਉੱਤੇ ਸੀਗਾ, ਹਰ ਵੇਲੇ ਉਹਦੀ ਪਰਮੇਸ਼ਰ ਦੇ ਨਾਲ ਜੁੜਿਆ ਸੀ, ਉਹਦੀ ਰਿਲੇਸ਼ਨਸ਼ਿਪ ਸੀਗੀ, ਉਹਦੀ ਫੈਲੋਸ਼ਿਪ ਸੀਗੀ। ਪਰ ਜਦੋਂ ਕ੍ਰੋਸ ਉੱਤੇ ਸੀਗਾ, ਜਦੋਂ ਸਾਰੀ ਦੁਨੀਆ ਦਾ ਪਾਪ ਯਿਸੂ ਮਸੀਹ ਦੇ ਉੱਤੇ ਲੱਦਿਆ ਗਿਆ ਸੀ, ਫਿਰ ਪਰਮੇਸ਼ਰ ਪਿਤਾ ਜੀ ਨੇ ਉਹ ਤੋਂ ਮੂੰਹ ਮੋੜ ਲਿਆ। ਫਿਰ ਯਿਸੂ ਮਸੀਹ ਸਵਾਲ ਪੁੱਛਦੇ, ਕਹਿੰਦਾ ਫਾਦਰ ਵਾਈ ਹੈਵ ਯੂ ਫੋਰਸੇਕਨ ਮੀ? ਪਿਤਾ ਜੀ ਤੁਸੀਂ ਕਾਹਤੇ ਮੇਰੇ ਤੋਂ ਮੂੰਹ ਮੋੜ ਲਿਆ? ਕਰਕੇ ਜਿਹੜਾ ਸਾਰਾ ਦੁਨੀਆ ਦਾ ਪਾਪ ਸੀ, ਜਿਹੜਾ ਜਗਦੀਸ਼ ਦਾ ਪਾਪ ਸੀ, ਜਿਹੜਾ ਤੁਹਾਡਾ ਪਾਪ ਸੀ, ਉਹ ਸਾਰਾ ਯਿਸੂ ਮਸੀਹ ਦੇ ਉੱਤੇ ਲੱਦਿਆ ਗਿਆ ਸੀ। ਤੇ ਪਰਮੇਸ਼ਰ ਪਾਪ ਦੇਖ ਨਹੀਂ ਸਕਦੇ ਹੈਗੇ, ਉਹਨੇ ਉੱਥੋਂ ਮੂੰਹ ਮੋੜ ਲਿਆ। ਇਸ ਕਾਰਨ ਜਿੰਨਿਆਂ ਦੇ ਕੋਲ ਪਾਪ ਹੈ ਉਹ ਪਰਮੇਸ਼ਰ ਦੇ ਮੂਹਰੇ ਜਾ ਨਹੀਂ ਸਕਦੇ ਹੈਗੇ। ਕਾਹਦੇ? ਕਰਕੇ ਜਿਹੜਾ ਪਾਪ ਹੈ ਸਾਡੇ ਅੰਦਰ, ਪਰਮੇਸ਼ਰ ਦੀ ਗਲੋਰੀ, ਪਰਮੇਸ਼ਰ ਦਾ ਜਲਾਲ ਉਹ ਪਾਪ ਨੂੰ ਨਾਸ਼ ਕਰ ਦਿੰਦਾ ਹੈ। ਫਿਰ ਕੀ ਹੋਣਾ? ਅਸੀਂ ਵੀ ਨਾਸ਼ ਹੋ ਜਾਣਾ ਹੈ। ਅਸੀਂ ਜੀਂਦੇ ਨਹੀਂ ਰਹਿ ਸਕਦੇ, ਸਾਡਾ ਜੀਵਨ ਨਹੀਂ ਰਹਿ ਸਕਦਾ। ਉਹ ਪਰਮੇਸ਼ਰ ਦੀ ਗਲੋਰੀ ਉਹਨੂੰ ਨਾਸ਼ ਕਰਨਾ ਪੈਂਦੀ ਹੈ। ਸੋ ਇੱਥੇ ਸਾਨੂੰ ਬਹੁਤ ਸਾਫ਼ ਤਰ੍ਹਾਂ ਸਾਨੂੰ ਪ੍ਰਭੂ ਦੱਸਦਾ। ਇਹ ਤੋਂ ਵੀ ਸਾਫ਼ ਆਪਾਂ ਇੱਕ ਹੋਰ ਆਇਤ ਪੜ੍ਹਦੇ ਹਾਂ, ਉਹਦੇ ਵਿੱਚੋਂ ਲਿਖਿਆ ਹੈ ਰਸੂਲਾਂ ਦੇ ਕੰਮ, ਉਹਦਾ 4 ਚੈਪਟਰ ਉਹਦੀ 12ਵੀਂ ਆਇਤ ਦੇ ਵਿੱਚ ਪਤਰਸ ਬੋਲਦਾ ਆ। ਹਾਂਜੀ, ਰਸੂਲਾਂ ਦੇ ਕੰਮ, ਜਾਨੀ ਜਿਹਨੂੰ ਇੰਗਲਿਸ਼ ਦੇ ਵਿੱਚ ਐਕਟਸ ਕਿਹਾ ਜਾਂਦਾ ਹੈ, ਉਹਦਾ 4 ਚੈਪਟਰ 4th ਚੈਪਟਰ ਵਰਸ 12 12ਵੀਂ ਆਇਤ, ਔਰ ਕਿਸੇ ਦੂਏ ਤੋਂ ਮੁਕਤੀ ਨਹੀਂ, ਕਿਉਂ ਜੋ ਆਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ। ਆਮੇਨ। ਆਮੇਨ। ਕੀ ਹੋਇਆ? ਕੋਈ ਵੀ ਆਕਾਸ਼ ਦੇ ਥੱਲੇ ਨਾਂ ਹੈ ਨਹੀਂਗਾ। ਜਿੰਨੇ ਮਰਜ਼ੀ ਤੁਸੀਂ ਨਾਂ ਲਈ ਚਲੋ, ਬਾਈਬਲ ਕਹਿੰਦੀ ਹੈ ਕੋਈ ਵੀ ਨਾਂ ਹੈ ਨਹੀਂ ਜਿਹਦੇ ਨਾਲ ਸਾਨੂੰ ਮੁਕਤੀ ਮਿਲ ਸਕਦੀ ਹੈ। ਬਹੁਤ ਮਹਾਨ ਲੋਕ ਆਏ ਆ, ਓਕੇ, ਬਹੁਤ ਚੰਗੇ ਉਹਨੇ ਕੰਮ ਕੀਤੇ ਆ, ਬਹੁਤ ਵਧੀਆ ਸਿੱਖਿਆ ਦਿੱਤੀ ਆ, ਕੋਈ ਆਪਣੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਉਹਨਾਂ ਦੇ ਨਾਲ, ਓਕੇ, ਬਹੁਤ ਮਹਾਨ ਸੀ, ਉਹਨਾਂ ਦੀ ਇੱਜ਼ਤ ਕਰਦੇ ਆ। ਪਰ ਕਿਸੇ ਨੇ ਵੀ ਕੋਈ ਵੀ ਸਾਨੂੰ ਪਰਮੇਸ਼ਰ ਦੇ ਨਾਲ ਮਿਲਾ ਨਹੀਂ ਸਕਿਆ ਹੈਗਾ। ਇੱਕੋ ਹੀ ਨਾਂ ਆ ਜਿਹੜਾ ਸਾਨੂੰ ਪਰਮੇਸ਼ਰ ਦੇ ਨਾਲ ਮਿਲਾਉਂਦਾ ਆ। ਸੋ ਸਾਨੂੰ ਬਾਈਬਲ ਦੱਸਦੀ ਆ, ਜੇ ਅਸੀਂ ਪਰਮੇਸ਼ਰ ਦੇ ਨਾਲ ਆਪਣਾ ਰਿਸ਼ਤਾ ਠੀਕ ਕਰਨਾ ਚਾਹੁੰਦੇ ਹਾਂ, ਜੇ ਅਸੀਂ ਚਾਹੁੰਦੇ ਸਾਡਾ ਰਿਸ਼ਤਾ ਉਹਦੇ ਨਾਲ ਮਿਲ ਜਾਵੇ, ਸਾਡੇ ਪਾਪ ਪਹਿਲਾਂ ਮਾਫ ਹੋਣ ਦੀ ਜ਼ਰੂਰਤ ਆ, ਫਿਰ ਅਸੀਂ ਉਹ ਨਾਲ ਮਿਲ ਸਕਦੇ ਹਾਂ। ਪਾਪ ਇਕੱਲੇ ਯਿਸੂ ਮਸੀਹ ਦੇ ਨਾਲ ਹੀ ਮਾਫ ਹੁੰਦੇ ਆ। ਪਾਪਾਂ ਦੀ ਮਾਫੀ ਤੋਂ ਬਗੈਰ ਅਸੀਂ ਪਰਮੇਸ਼ਰ ਨੂੰ ਮਿਲ ਨਹੀਂ ਸਕਦੇ ਹੈਗੇ। ਸੋ ਇੱਥੇ ਉਹ ਸਾਨੂੰ ਦੱਸਦਾ ਆ, ਯਿਸੂ ਮਸੀਹ ਨੇ ਪਾਪਾਂ ਦੀ ਮਾਫੀ ਖਰੀਦੀ ਹੋਈ ਆ, ਉਹ ਸਾਨੂੰ ਦੇ ਰਿਹਾ ਆ। ਸੋ ਮੈਂ ਫਿਰ ਉਹੀ ਕਹਿਣਾ, ਸੁਰਿੰਦਰ ਨੇ ਆਪਾਂ ਨੂੰ ਯਹੂਨਾ 3:16 ਦੇ ਵਿੱਚੋਂ ਕੋਟ ਕੀਤਾ ਸੀ, For God so loved the world that he gave his only begotten son. ਪਰਮੇਸ਼ਰ ਨੇ ਦੁਨੀਆ ਨਾਲ ਇੰਨਾ ਪਿਆਰ ਕੀਤਾ, ਇੱਕੋ ਹੀ ਆਪਣਾ ਬੇਟਾ ਸੀ, ਉਹਨੇ ਦੇ ਦਿੱਤਾ। ਜਿਹੜਾ ਉਹ ਤੇ ਭਰੋਸਾ ਰੱਖਣਗੇ, ਜਿਹੜਾ ਉਹਨੂੰ ਪਾ ਲੈਣਗੇ, ਉਹਨਾਂ ਨੂੰ ਸਦਾ ਦਾ ਜੀਵਨ ਮਿਲ ਜਾਊਗਾ। ਜਿਹੜੇ ਨਾ ਪਾਉਣਗੇ ਉਹਨਾਂ ਉੱਤੇ ਦੋਸ਼ ਲੱਗਾ ਜਾਊਗਾ। ਸੋ ਸੱਚੀ ਇੱਥੇ ਸਾਨੂੰ ਬਹੁਤ ਕਲੀਅਰਲੀ ਦੱਸ ਰਹੇ ਆ, ਆਹ ਮੌਕਾ ਨਿਗਾਉਣਾ ਨਹੀਂ ਹੈਗਾ। ਜੇ ਤੁਸੀਂ ਬਹੁਤ ਚਿਰ ਦੇ ਸੋਚਦੇ ਆ ਬਈ ਮੈਂ ਕਰਾਂ ਕਿ ਨਾ ਕਰਾਂ,
ਅੱਜ ਮੇਰੀ ਤਗੀਦ ਆ, ਆਹ ਘੜੀ ਲੰਘਣ ਨਹੀਂ ਦੇਣੀ ਹੈਗੀ। ਰੂਹ ਆਤਮਾ ਤੁਹਾਡੇ ਦਿਲ ਦੇ ਵਿੱਚ ਗੱਲ ਕਰ ਰਿਹਾ ਆ, ਤੁਹਾਡੇ ਨਾਲ ਤਗੀਦ ਕਰ ਲਿਆ, ਮੈਨੂੰ ਅੰਦਰ ਆ ਲੈਣ ਦਿਓ, ਮੈਨੂੰ ਸੱਦ ਲਓ, ਮੈਂ ਤੁਹਾਡੇ ਪਾਪ ਮਾਫ ਕਰਕੇ। ਕਈ ਵਾਰੀ ਆਪਾਂ ਆਹ ਅੱਖਰ ਬਾਤੇ ਵੀ ਕੈਨ ਬੀ ਬੋਰਨ ਅਗੇਨ, ਸਾਡਾ ਦੂਸਰਾ ਜਨਮ ਹੋ ਸਕਦਾ ਹੈ। ਤੇ ਸੱਚੀ ਪਰਮੇਸ਼ਰ ਸਾਨੂੰ ਫੇਰ ਬੋਰਨ ਅਗੇਨ ਕਰਨਾ ਚਾਹੁੰਦਾ ਆ। ਉਹ ਇਸ ਵੇਲੇ ਸਾਡੇ ਨਾਲ ਸਾਡੀ ਮਦਦ ਕਰਨ ਨੂੰ ਤਿਆਰ ਆ, ਸਾਨੂੰ ਬੋਰਨ ਅਗੇਨ ਕਰਨ ਨੂੰ ਤਿਆਰ ਆ, ਸਾਡਾ ਨਵਾਂ ਜੀਵਨ ਤੇ ਸ਼ੁਰੂ ਕਰਨ ਨੂੰ ਤਿਆਰ ਆ। ਪਰ ਫੈਸਲਾ ਸਾਨੂੰ ਕਰਨ ਦੀ ਜ਼ਰੂਰਤ ਆ। ਬਹੁਤ ਇਸ ਦੁਨੀਆ ਦੇ ਵਿੱਚ ਮਜ਼ਹਬ ਸਾਡੇ ਨਾਲ ਜੋੜਾ ਜਰਬੀ ਕਰਦੇ ਆ। ਉਹ ਕਹਿੰਦੇ ਜੇ ਸਾਡਾ ਰਸਤਾ ਨਾ ਫੜਿਆ ਅਸੀਂ ਤੁਹਾਡਾ ਗਲ ਲਾ ਦੇਣਾ, ਅਸੀਂ ਤੁਹਾਨੂੰ ਮਾਰ ਸਕਣਾ, ਅਸੀਂ ਆਹ ਕਰ ਦੇਣਾ, ਆਹ ਕਰ ਦੇਣਾ। ਪਰ ਪਰਮੇਸ਼ਰ ਕਹਿੰਦਾ ਤੁਹਾਡੀ ਮਰਜ਼ੀ ਆ, ਕੋਈ ਜੋੜਾ ਜਰਬੀ ਨਹੀਂ ਕਰਦਾ ਹੈਗਾ। ਉਹ ਸਾਨੂੰ ਕਹਿੰਦਾ ਇੱਧਰ ਨਰਕ ਆ, ਇੱਧਰ ਸਵਰਗ ਆ, ਪਰ ਤੁਸੀਂ ਚੋਣ ਕਰ ਲਓ। ਸਾਨੂੰ ਉਹਨੇ ਚੋਣ ਦਿੱਤੀ ਹੋਈ ਆ, ਸਾਨੂੰ ਵਿਲ ਦਿੱਤੀ ਹੋਈ ਆ, ਸਾਡੀ ਮਰਜ਼ੀ ਦਿੱਤੀ ਹੋਈ ਆ। ਜਿੰਨਾ ਚਿਰ ਅਸੀਂ ਜੀਂਦੇ ਆ ਹੁਣ ਸਾਡੀ ਮਰਜ਼ੀ ਸਾਡੇ ਤੋਂ ਲੈਣੀ ਨਹੀਂ ਹੈਗੀ। ਜਦੋਂ ਅਸੀਂ ਪਰਮੇਸ਼ਰ ਨੂੰ ਪਾ ਵੀ ਲੈਂਦੇ ਆ ਫੇਰ ਵੀ ਸਾਡੇ ਕੋਲ ਮਰਜ਼ੀ ਆ। ਉਸ ਮਰਜ਼ੀ ਨਾਲ ਆਪਾਂ ਡਿਸਾਈਡ ਕਰਦੇ ਅਸੀਂ ਕਿੰਨਾ ਕੁ ਉਹਦੇ ਲਾਗੇ ਜਾਣਾ, ਕਿੰਨਾ ਕੁ ਤੋਂ ਦੂਰ ਰਹਿਣਾ। ਸਾਡੀ ਕੋਲ ਮਰਜ਼ੀ ਇਹ ਇੱਕ ਬਹੁਤ ਵਧੀਆ ਪਰਮੇਸ਼ਰ ਨੇ ਅਜੀਬ ਚੀਜ਼ ਆਦਮੀ ਨੂੰ ਦਿੱਤੀ ਹੈ। ਸਵਰਗ ਦੂਤਾਂ ਦੇ ਕੋਈ ਮਰਜ਼ੀ ਨਹੀਂ ਹੈਗੀ, ਹੋਰਨਾਂ ਚੀਜ਼ਾਂ ਦੇ ਕੋਈ ਮਰਜ਼ੀ ਨਹੀਂ ਹੈਗੀ, ਉਹਨਾਂ ਨੂੰ ਪਰਮੇਸ਼ਰ ਦੇ ਆਖੇ ਲੱਗਣਾ ਪੈਂਦਾ ਹੈ। ਪਰ ਆਦਮੀ ਨੂੰ ਕਰਕੇ ਉਹਨੇ ਆਪਣੀ ਸ਼ਕਲ ਦੇ ਵਿੱਚ ਬਣਾਇਆ ਸੀ, ਆਪਣੀ ਕਲਾਸ ਦੇ ਵਿੱਚ ਬਣਾਇਆ ਸੀ, ਉਹਨੂੰ ਇੱਕ ਮਰਜ਼ੀ ਦਿੱਤੀ ਹੋਈ ਆ। ਸੋ ਇਸ ਵੇਲੇ ਤੁਸੀਂ ਆਪਣੀ ਵਿਲ ਦੇ ਨਾਲ ਆਪਣੀ ਤੁਸੀਂ ਚੂਜ਼ ਕਰ ਸਕਦੇ ਹੋ, ਤੁਸੀਂ ਚੋਣ ਕਰ ਸਕਦੇ ਹੋ। ਮੈਂ ਸਦਾ ਦਾ ਜੀਵਨ ਚੋਣ ਕਰਨਾ ਹੈ, ਮੈਂ ਪਰਮੇਸ਼ਰ ਨਾਲ ਆਪਣਾ ਰਸਤਾ ਠੀਕ ਕਰਨ ਦੀ ਚੋਣ ਕਰਨੀ ਹੈ। ਅੱਜ ਤੁਸੀਂ ਉਹ ਚੋਣ ਜ਼ਰੂਰ ਕਰੋ, ਖਰੀ ਚੋਣ ਕਰੋ। ਪਰਮੇਸ਼ਰ ਸਾਨੂੰ ਕਰ ਰਿਹਾ। ਜੇ ਅਸੀਂ ਕੀ ਸਾਨੂੰ ਕਰਨ ਦੀ ਜ਼ਰੂਰਤ ਹੈ, ਬਾਈਬਲ ਬਹੁਤ ਸਕਾਲਾ ਕਹਿੰਦੀ ਹੈ। ਯੂਹੰਨਾ ਦਾ ਪਹਿਲਾ ਚੈਪਟਰ ਤੇ ਉਹਦੀ 12ਵੀਂ ਆਇਤ ਦੇ ਵਿੱਚ ਸਾਨੂੰ ਦੱਸਦਾ ਹੈ ਕਿ ਕਿੰਨਾ ਸਕਾਲਾ ਪਰਮੇਸ਼ਰ ਦੱਸਦਾ ਸਾਨੂੰ। ਪਹਿਲਾ ਯੂਹੰਨਾ ਦਾ ਪਹਿਲਾ ਚੈਪਟਰ ਤੇ ਉਹਦੀ 12ਵੀਂ ਆਇਤ ਆਪਾਂ ਨੂੰ ਪੜ੍ਹ ਕੇ ਸੁਣਾਉਂਦੇ। ਇਹ ਜਿਹੜਾ ਜੌਨ ਗੋਸਪਲ ਆ ਜਾਨੀ ਕਿ ਉਹਦੀ ਗੱਲ ਕਰਦੇ ਆਪਾਂ, ਉਹਦਾ ਪਹਿਲਾ ਚੈਪਟਰ ਤੇ ਉਹਦੀ 12ਵੀਂ ਆਇਤ ਵਿੱਚ ਇਦਾਂ ਲਿਖਿਆ, ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ ਉਸਨੇ ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਸ਼ਚਾ ਕੀਤੀ। ਆਮੀਨ। ਜਿਨ੍ਹਾਂ ਨੇ ਵੀ ਯਿਸੂ ਮਸੀਹ ਦੇ ਉੱਤੇ ਭਰੋਸਾ ਰੱਖ ਲਿਆ ਉਹਨਾਂ ਨੂੰ ਉਹਨੇ ਹੱਕ ਦਿੱਤਾ ਵੀ ਪਰਮੇਸ਼ਰ ਦੇ ਬੇਟੇ ਬੇਟੀਆਂ ਬਣ ਜਾਣ। ਕਈ ਵਾਰੀ ਆਪਾਂ ਇਸ ਦੁਨੀਆ ਦੇ ਵਿੱਚ ਸੁਣਦੇ ਹੁੰਦੇ ਆ, ਲੋਕੀ ਸਾਰੇ ਕਹਿੰਦੇ ਆਪਾਂ ਸਾਰੇ ਪਰਮੇਸ਼ਰ ਦੇ ਬੇਟੇ ਬੇਟੀਆਂ। ਓਕੇ, ਜ਼ਰੂਰ ਸੀਗੇ ਇੱਕ ਟਾਈਮ ਦੇ ਵਿੱਚ, ਜਾਂ ਆਪਣਾ ਜਿਹੜੇ ਬਾਬੇ ਪੜਦਾਦਾ ਸੀਗਾ ਉਹ ਐਡਮ ਉਹ ਸੀਗਾ, ਪਰ ਕੀ ਹੋਇਆ ਸਾਡਾ ਰਿਸ਼ਤਾ ਟੁੱਟਾ ਆ। ਸਾਡੇ ਦਾ ਪਰਮੇਸ਼ਰ ਦੇ ਗੱਭੇ ਇੱਕ ਕੰਧ ਆ। ਹੁਣ ਉਹ ਸਾਨੂੰ ਫੇਰ ਹੱਕ ਦਿੰਦਾ ਆ। ਉਹ ਕਹਿੰਦਾ ਜੇ ਤੁਸੀਂ ਯਿਸੂ ਮਸੀਹ ਨੂੰ ਕਬੂਲ ਕਰ ਲਓ, ਜੇ ਤੁਸੀਂ ਉਹਨੂੰ ਆਪਣੇ ਦਿਲ ਦੇ ਵਿੱਚ ਸੱਦ ਲਓ ਤੇ ਤੁਹਾਡਾ ਰਿਸ਼ਤਾ ਮੁੜ ਕੇ ਫੇਰ ਪਰਮੇਸ਼ਰ ਦੇ ਨਾਲ ਬਣ ਸਕਦਾ। ਤੁਸੀਂ ਉਹ ਕਹਿੰਦਾ ਫਿਰ ਹੱਕ ਦੇਣਾ ਆ, ਤੁਸੀਂ ਉਹਦੇ ਬੇਟੇ ਬੇਟੀਆਂ ਬਣ ਜਾਓ। ਇਹਦਾ ਕੀ ਮਤਲਬ ਹੱਕ ਦੇਣਾ ਹੈ? ਫਿਰ ਸਾਡਾ ਉਨਾ ਹੀ ਹੱਕ ਹੋ ਜਾਂਦਾ ਜਿੰਨਾ ਨਿਆਣਿਆਂ ਦਾ ਹੱਕ ਆਪਣੇ ਪੇ ਦੀਆਂ ਚੀਜ਼ਾਂ ਦੇ ਉੱਤੇ ਹੁੰਦਾ ਹੈ। ਦੇਖੋ, ਜਿੰਨੇ ਵੀ ਯਿਸੂ ਮਸੀਹ ਉੱਤੇ ਭਰੋਸਾ ਰੱਖਣਗੇ, ਜਿੰਨੇ ਵੀ ਉਹਦੇ ਨਾਂ ਉੱਤੇ ਯਕੀਨ ਰੱਖਣਗੇ, ਉਹਨਾਂ ਨੂੰ ਹੱਕ ਦਿੰਦਾ ਆ ਉਹਨਾਂ ਦੇ ਬੇਟੇ ਬੇਟੀਆਂ ਬਣ ਜਾਣ। ਸੋ ਸੱਚੀ ਪ੍ਰੈਕਟੀਕਲੀ ਆਪਾਂ ਨੂੰ ਕੀ ਕਰਨ ਦੀ ਜ਼ਰੂਰਤ ਹੈ? ਆਪਾਂ ਰੋਮੀਓ ਦੀ ਕਿਤਾਬ ਉਹਦਾ 10ਵਾਂ ਚੈਪਟਰ ਉਹਦੀ 9 ਤੋਂ 10 ਆਇਤ ਪੜ੍ਹਦੇ ਹਾਂ। ਜਿਹੜਾ ਆਪਾਂ ਨੂੰ ਬਹੁਤ ਸਾਰੇ ਆਪਾਂ ਬਚਨ ਦੇ ਵਿੱਚੋਂ ਦੇਖਦੇ, ਕੋਈ ਵੀ ਚੀਜ਼ ਆਪਾਂ ਆਪਣੇ ਕੋਲ ਬਣਾਈ ਨਹੀਂ ਹੈਗੀ, ਸਾਰੀਆਂ ਚੀਜ਼ਾਂ ਬਚਨ ਦੇ ਵਿੱਚੋਂ ਦੇਖੀਆਂ। ਹੁਣ ਆਪਾਂ ਬਚਨ ਦੇ ਵਿੱਚੋਂ ਦੇਖਦੇ ਹਾਂ ਅਸੀਂ ਬੋਰਨ ਅਗੇਨ ਕਿੱਦਾਂ ਹੋ ਸਕਦੇ, ਦੂਸਰਾ ਜਨਮ ਕਿੱਦਾਂ ਪਾ ਸਕਦੇ। ਜੇ ਸਭ ਕੁਝ ਚੇਤਾ ਭੁੱਲ ਗਿਆ, ਆਹ ਜ਼ਰੂਰ ਚੇਤੇ ਰੱਖਣਾ, ਜਦੋਂ ਮਰਜ਼ੀ ਤੁਸੀਂ ਫਿਰ ਉਹਨੂੰ ਆਪਣੇ ਦਿਲ ਦੇ ਵਿੱਚ ਸੱਦ ਸਕਦੇ। ਹਾਂਜੀ, ਰੋਮੀਅਨ ਦੀ ਕਿਤਾਬ 10ਵਾਂ ਚੈਪਟਰ ਜਾਨੀ ਰੋਮਨਸ ਚੈਪਟਰ 10 ਵਰਸ 9 to 10 ਹਾਂਜੀ, 9ਵੀਂ ਤੇ 10ਵੀਂ ਆਇਤ। ਕਿਉਂਕਿ ਜੇ ਤੂੰ ਆਪਣੇ ਮੂੰਹ ਦੇ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਦੇ ਨਾਲ ਮੰਨ ਲਵੇਂ ਜੋ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਵਾਲਿਆ, ਤਾਂ ਤੂੰ ਬਚਾਇਆ ਜਾਵੇਂਗਾ। ਧਰਮ ਲਈ ਤਾਂ ਹਿਰਦੇ ਦੇ ਨਾਲ ਨਿਸ਼ਚਾ ਕਰੀਦੀ ਹੈ
ਅਤੇ ਮੁਕਤੀ ਦੇ ਲਈ ਮੂੰਹ ਦੇ ਨਾਲ ਇਕਰਾਰ ਕਰੀਦਾ ਹੈ ਆਮੀਨ Amen. ਬਹੁਤ ਸਾਫ਼ ਹੈ। ਸੋ ਮੈਂ ਫਿਰ ਇੱਕ ਵਾਰੀ ਕਹਿੰਦਾ that if you confess with your mouth, okay, ਕਈ ਕਹਿੰਦੇ ਜੀ ਮੈਂ ਦਿਲ ਦੇ ਵਿੱਚ ਧਾਰ ਲਿਆ ਸੀ। no, ਬਾਈਬਲ ਕੀ ਕਹਿੰਦੀ ਹੈ? if you confess with your mouth, ਜੇ ਤੂੰ ਆਪਣੇ ਮੂੰਹ ਦੇ ਨਾਲ ਬੋਲ ਕੇ ਕਹੂੰਗਾ, ਓਕੇ, ਇਹ ਧਾਰਨ ਦੇ ਨਾਲ ਨਹੀਂ ਹੋਣਾ ਹੈਗਾ, ਮੂੰਹ ਦੇ ਨਾਲ ਬੋਲਣਾ ਪੈਣਾ। ਕੀ ਬੋਲਣਾ ਪੈਣਾ? ਬਈ ਯਿਸੂ ਮਸੀਹ ਪ੍ਰਭੂ ਆ ਤੇ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਆ। ਜੇ ਤੂੰ ਇਹ ਮੂੰਹ ਦੇ ਨਾਲ ਬੋਲੂਗੇ, ਦਿਲ ਦੇ ਵਿੱਚ ਯਕੀਨ ਰੱਖੋਗੇ, ਤੇ ਫੇਰ ਕਹਿੰਦੇ ਤੁਸੀਂ ਆ ਪਾਪਾਂ ਦੀ ਮਾਫੀ ਪਾ ਲਓਗੇ। ਦੇਖੋ ਕਿੰਨਾ ਸਕਾਲਾ ਆ। ਜੇ ਸਾਨੂੰ ਕੋਈ ਦੱਸਦਾ ਵੀ ਉਹ ਪਹਾੜ ਉੱਤੇ ਚੜ੍ਹਨਾ ਪੈਣਾ ਹੈ, ਹੋ ਸਕਦਾ ਅਸੀਂ ਕਮਜ਼ੋਰ ਹੁੰਦੇ, ਸਾਡੇ ਕੋਲ ਨਾ ਚੜ੍ਹ ਹੁੰਦਾ, ਜਾਂ ਅਸੀਂ ਉੱਥੇ ਜਗ੍ਹਾ ਤੇ ਹੀ ਨਾ ਜਾ ਸਕਦੇ ਹੁੰਦੇ। ਜੇ ਸਾਨੂੰ ਉਹ ਦੱਸਦੇ ਜੀ 40 ਦਿਨ ਪਾਠ ਕਰਨੇ ਪੈਣੇ ਆ, ਹੋ ਸਕਦਾ ਸਾਡੇ ਕੋਲ ਨਾ ਹੁੰਦੇ। ਜੇ ਉਹ ਸਾਨੂੰ ਦੱਸਦੇ ਜੀ ਇੰਨਾ ਚਿਰ ਵਰਤ ਰੱਖਣੇ ਪੈਣੇ ਆ, ਹੋ ਸਕਦਾ ਸਾਡੇ ਕੋਲ ਨਾ ਹੁੰਦੇ। ਪਰ ਇੱਥੇ ਸਾਨੂੰ ਬਹੁਤ ਸੋਹਣਾ ਦੱਸਦਾ ਆ, ਜੇ ਅਸੀਂ ਮੂੰਹ ਨਾਲ ਬੋਲ ਕੇ ਇਕਰਾਰ ਕਰੂੰਗੇ ਯਿਸੂ ਮਸੀਹ ਪ੍ਰਭੂ ਆ, ਇਸ ਦੁਨੀਆ 'ਚ ਆਇਆ ਸੀ ਤੇ ਉਹ ਮਰ ਗਿਆ ਸੀ, ਤੀਸਰੇ ਦਿਨ ਫੇਰ ਜੀ ਉੱਠਿਆ ਆ, ਫਿਰ ਯਕੀਨ ਕਰਾਂਗੇ ਤੇ ਅਸੀਂ ਬਚਾਏ ਜਾਵਾਂਗੇ, ਅਸੀਂ ਧਰਮੀ ਬਣ ਜਾਵਾਂਗੇ। ਦੇਖੋ ਪਰਮੇਸ਼ਰ ਨੇ ਕਿੰਨਾ ਸਾਡੇ ਵਾਸਤੇ ਈਜ਼ੀ ਬਣਾਇਆ, ਸਾਡੇ ਵਾਸਤੇ ਬਣਾਇਆ। ਸਾਨੂੰ ਹੁਣ ਯਕੀਨ ਕਰਨ ਦੀ ਜ਼ਰੂਰਤ ਹੈ, ਸਾਨੂੰ ਭਰੋਸਾ ਕਰਨ ਦੀ ਜ਼ਰੂਰਤ ਹੈ। ਇਹ ਮੌਕਾ ਲੰਘਣ ਨਹੀਂ ਦੇਣਾ ਹੈਗਾ। ਜਿੰਨੇ ਵੀ ਤੁਸੀਂ ਇਸ ਵੇਲੇ ਸੁਣ ਰਹੇ ਆ, ਜੇ ਤੁਸੀਂ ਨਹੀਂ ਪਰਮੇਸ਼ਰ ਨੂੰ ਦਿਲ ਵਿੱਚ ਸੱਦਿਆ, ਅੱਜ ਤੁਹਾਨੂੰ ਮੰਨਣਾ ਚਾਹੀਦਾ ਹੈ। ਫਿਰ ਜਦੋਂ ਅਸੀਂ ਇਦਾਂ ਕਰਦੇ ਹਾਂ, ਆਪਾਂ ਦੂਸਰੇ ਕੋਰਿੰਥੀਅਨਸ ਉਹਦਾ 5ਵਾਂ ਚੈਪਟਰ ਤੇ 17ਵੀਂ ਆਇਤ ਪੜ੍ਹਾਂਗੇ, ਤੇ ਜਦੋਂ ਅਸੀਂ ਇਦਾਂ ਕਰਦੇ ਕੁਛ ਹੁੰਦਾ ਆ, ਉਦੋਂ ਕੀ ਹੁੰਦਾ? ਮੈਂ ਬਹੁਤ ਵਾਰੀ ਕਹਿੰਦਾ ਹੁੰਦਾ, ਅਸੀਂ ਤਿੰਨਾਂ ਹਿੱਸਿਆਂ ਦੇ ਵਿੱਚ ਆ। ਓਕੇ, ਮੈਨ ਇਜ਼ ਅ ਸਪਿਰਿਟ, ਲਿਵਸ ਇਨ ਅ ਬੋਡੀ, possesses a soul। ਆਦਮੀ ਆਤਮਾ ਆ ਤੇ ਉਹ ਸਰੀਰ ਦੇ ਵਿੱਚ ਰਹਿੰਦਾ ਤੇ ਉਹਦੇ ਕੋਲ ਜੀਵ ਆ, ਸੋਲ ਆ। ਜਦੋਂ ਕਈ ਵਾਰੀ ਇਦਾਂ ਦੱਸਦੇ ਆ ਲੋਕੀ, ਕਹਿੰਦੇ ਮੈਂ ਤਾਂ ਕਦੇ ਸੁਣਿਆ ਨਹੀਂ, ਬਹੁਤ ਵਾਰੀ ਸੁਣਿਆ। ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ, ਆਪਾਂ ਉਹਨਾਂ ਨੂੰ ਕਹਿੰਦੇ ਆ ਇਹ ਤਾਂ ਜੀ ਉਹਦੀ ਲੋਥ ਪਈ ਆ, ਜਿਹੜਾ ਅੰਦਰ ਰਹਿੰਦਾ ਸੀ ਉਹ ਤਾਂ ਚਲ ਗਿਆ। ਸੋ ਹੋ ਸਕਦਾ ਇਦਾਂ ਕਿਸੇ ਨੇ ਸਮਝਾਇਆ ਨਹੀਂ ਸੀ, ਪਰ ਜਾਣਦੇ ਆਪਾਂ ਸਾਰੇ ਹੀ। ਓਕੇ, ਜਦੋਂ ਅਸੀਂ ਬੋਰਨ ਅਗੇਨ ਹੁੰਦੇ ਆ, ਜਦੋਂ ਸਾਡੇ ਅਸੀਂ ਦੂਸਰਾ ਜਨਮ ਪਾਉਂਦੇ ਆ, ਪਰਮੇਸ਼ਰ ਸਾਨੂੰ ਨਵਾਂ ਬਣਾਉਂਦਾ ਆ। ਉਹ ਸਾਨੂੰ ਪੁਰਾਣਾ ਹੀ ਨਹੀਂ ਰਹਿਣ ਦਿੰਦਾ ਹੈਗਾ। ਜਿਹੜਾ ਆਤਮਾ ਆ, ਜਿਹੜਾ ਸਾਡੇ ਅੰਦਰ ਵਸਦਾ ਆ, ਉਹਨੂੰ ਰਿਪੇਅਰ ਨਹੀਂ ਕਰਦਾ ਹੈਗਾ, ਉਹਨੂੰ ਧੋਂਦਾ ਹੀ ਨਹੀਂ ਹੈਗਾ, ਪਰ ਉਹਨੂੰ ਇਹ ਨਵਾਂ ਬਣਾਉਂਦਾ ਹੈ। ਆਪਾਂ ਦੂਸਰੇ ਕੋਰਿੰਥੀਅਨਸ ਉਹਦਾ 5ਵਾਂ ਚੈਪਟਰ ਉਹਦੀ 17 ਆਇਤ ਪੜ੍ਹ ਕੇ ਦੇਖਦੇ ਹਾਂ। ਹਾਂਜੀ, 2 Corinthians chapter 5 verse 17, ਦੂਜਾ ਕੋਰਿੰਥੀਅਨ ਉਹਦਾ 5ਵਾਂ ਚੈਪਟਰ ਤੇ 17ਵੀਂ ਆਇਤ ਦੇ ਵਿੱਚ ਇਦਾਂ ਲਿਖਿਆ, ਸੋ ਜੇ ਕੋਈ ਮਸੀਹ ਦੇ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟ ਹੈ, ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਉਹ ਨਵੀਆਂ ਹੋ ਗਈਆਂ ਹਨ। ਆਮੀਨ। ਜੇ ਕੋਈ ਮਸੀਹ ਦੇ ਵਿੱਚ ਆ ਤੇ ਉਹ ਨਵਾਂ ਬਣ ਗਿਆ, ਨਵੀਂ ਸ਼ਖਸ ਬਣ ਗਏ। ਜੇ ਅਸੀਂ ਦੇਖੀਏ ਬਾਹਰੋਂ ਤਾਂ ਅਸੀਂ ਉਦਾਂ ਦੇ ਹੀ ਆ। ਕਾਹਦੀ ਗੱਲ ਕਰ ਰਿਹਾ? ਜਿਹੜਾ ਸਾਡਾ ਆਤਮਾ ਸੀ ਉਹ ਪਰਮੇਸ਼ਰ ਨੇ ਨਵਾਂ ਬਣਾਤਾ। ਇਹਨੂੰ ਆਪਾਂ ਕਹਿੰਦੇ ਬੋਰਨ ਅਗੇਨ, ਰੀਕ੍ਰੀਏਟਡ, ਮੁੜ ਕੇ ਫੇਰ ਪਰਮੇਸ਼ਰ ਨੇ ਬਣਾਤਾ। ਸੋ ਇਹ ਸਾਨੂੰ ਕਰਨ ਦੀ ਜ਼ਰੂਰਤ ਆ। ਫਿਰ ਪਰਮੇਸ਼ਰ ਨੇ ਅੰਦਰੋਂ ਤੁਹਾਨੂੰ ਨਵਾਂ ਬਣਾ ਦੇਣਾ ਹੈ। ਅੱਜ ਤੁਸੀਂ ਇਹ ਪ੍ਰਾਰਥਨਾ ਕਰ ਸਕਦੇ ਹੋ। ਸੋ ਪ੍ਰੇ ਕਰਨ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਸੁਰਿੰਦਰ ਨੂੰ ਕਹੂੰਗਾ, ਜੇ ਮੈਂ ਕੋਈ ਚੀਜ਼ ਹਾਲ ਨਾਲ ਨਾ ਸਮਝਾਈ ਹੋਈ ਤੇ ਕਈ ਵਾਰੀ ਸੁਰਿੰਦਰ ਕਵਰ ਕਰਕੇ ਤਾਂ ਇਹ ਥੋੜ੍ਹੀ ਕਲੀਅਰ ਕਰ ਦਿੰਦੀ ਹੈ। ਤੇ ਫਿਰ ਬਾਅਦ ਆਪਾਂ ਪ੍ਰੇ ਕਰਾਂਗੇ। ਪਹਿਲਾਂ ਉਹਨਾਂ ਵਾਸਤੇ ਪ੍ਰੇ ਕਰਾਂਗੇ ਜਿਹੜੇ ਹੁਣ ਯਿਸੂ ਮਸੀਹ ਨੂੰ ਪਾਉਣਾ ਚਾਹੁੰਦੇ ਆ, ਜਿਹੜੇ ਇਸ ਵੇਲੇ ਨਵਾਂ ਬਣਨਾ ਚਾਹੁੰਦੇ ਆ, ਪਰਮੇਸ਼ਰ ਪਿਤਾ ਦੇ ਨਾਲ ਰਿਸ਼ਤਾ ਠੀਕ ਕਰਨਾ ਚਾਹੁੰਦੇ। ਫਿਰ ਆਪਾਂ ਉਹਨਾਂ ਵਾਸਤੇ ਪਹਿਲਾਂ ਪ੍ਰੇ ਕਰਾਂਗੇ। ਹਾਂਜੀ, ਮੇਰੇ ਖਿਆਲ ਬਹੁਤ ਸਿੱਧੇ ਸਾਦੇ ਅੱਖਰਾਂ ਦੇ ਵਿੱਚ ਆਪਾਂ ਸਮਝ ਲਿਆ ਕਿ ਬਚਨ ਕੀ ਆਪਾਂ ਨੂੰ ਦੱਸਦਾ ਆ। ਤੇ ਮੈਂ ਆਪਣੀ ਟੈਸਟਮਨੀ ਵੀ ਸ਼ੇਅਰ ਕੀਤੀ ਸੀ ਕਿ ਆਪਾਂ ਧਰਮ ਨੂੰ ਨਹੀਂ ਬਦਲਣਾ ਹੈਗਾ। ਕੋਈ ਧਰਮ ਸਾਨੂੰ ਕਿਤੇ ਵੀ ਲੈ ਕੇ ਨਹੀਂ ਜਾਂਦਾ, ਤੇ ਨਾ ਇੱਥੇ ਸਾਡੇ ਕੋਈ ਪੈਸਾ ਲੱਗਦਾ, ਨਾ ਕੋਈ ਸਾਈਡ ਇਫੈਕਟ ਹੈਗਾ ਹੈ। ਮੈਂ ਹਰ ਵੇਲੇ ਕਹਿੰਦੀ ਹਾਂ ਹਰੇਕ ਦਵਾਈ ਦਾ ਸਾਈਡ ਇਫੈਕਟ ਆ, ਪਰ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਬਣਾਉਣ ਲਈ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਉਹਦਾ ਸਾਈਡ ਇਫੈਕਟ ਇਹ ਆ
ਵੀ ਅਸੀਂ ਪ੍ਰਭੂ ਦੇ ਨਾਲ, ਪਿਤਾ ਪਰਮੇਸ਼ਰ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਟੁੱਟ ਗਿਆ ਸੀ, ਉਹਦੇ ਨਾਲ ਉਹ ਜੋੜ ਦਿੰਦਾ ਹੈ। ਤੇ ਜਿੱਥੇ ਤੱਕ ਮੈਂ ਦੇਖਦੀ ਹਾਂ ਕਿ ਸੱਚੀ ਗੱਲ ਵਾ, ਇਸ ਦੁਨੀਆ ਦੇ ਵਿੱਚ ਇਸ ਮੌਕੇ ਦੇ ਉੱਤੇ ਬਹੁਤ ਸਾਰੇ ਲੋਕਾਂ ਦੇ ਉੱਤੇ ਮੁਸੀਬਤਾਂ ਹੈ ਤੇ ਉਹ ਬਹੁਤ ਨੱਠੇ ਭੱਜੇ ਫਿਰਦੇ ਆ। ਘਰਾਂ ਦੇ ਵਿੱਚ ਘਸਮਾਨ ਵਾ, ਡਿਵੋਰਸ ਬਹੁਤ ਹੁੰਦੇ ਆ, ਬੱਚੇ ਆਖੇ ਦੇ ਵਿੱਚ ਨਹੀਂ ਹੈਗੇ, ਨਸ਼ਿਆਂ ਦੇ ਵਿੱਚ ਵਾ। ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਇਲਾਜ ਆਪਾਂ ਟੋਲਦੇ ਫਿਰਦੇ ਆ। ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਸਾਫ਼ ਹੋ ਕੇ ਮਿਲ ਵੀ ਸਕਦੀਆਂ ਆ। ਇੱਥੇ ਕੋਈ ਇਲਾਜ ਹੋ ਸਕਦਾ ਬਿਮਾਰੀ ਦਾ, ਕੁਛ ਕਿਸੇ ਤਰ੍ਹਾਂ ਵੀ ਘਰ ਦੇ ਵਿੱਚ ਕੋਈ ਮੇਲ ਮਿਲਾਪ ਵੀ ਕਰ ਸਕਦਾ, ਪਰ ਜਿਹੜੀ ਮੌਤ ਦੀ ਸਜ਼ਾ ਆ ਉਹਨੂੰ ਵੀ ਅਸੀਂ ਦੇਖਣਾ ਕਿ ਅਸੀਂ ਇੱਕ ਦਿਨ ਇਸ ਦੁਨੀਆ ਨੂੰ ਛੱਡ ਕੇ ਜਾਣਾ ਹੈ। ਇੱਕ ਦਿਨ ਅਸੀਂ ਇਸ ਘਰ ਨੂੰ ਛੱਡ ਜਾਣਾ ਆ। ਜਿਹੜਾ ਆਪਣਾ ਸਰੀਰ ਵਾ ਇਹ ਇੱਕ ਘਰ ਵਾ, ਜਿਹੜੀ ਆ ਦੁਨੀਆ ਆ ਇਹ ਇੱਕ ਮੇਲਾ ਆ। ਮੈਂ ਸਵੇਰੇ ਕਿਸੇ ਦੇ ਨਾਲ ਵੋਕ ਤੇ ਗਈ ਸੀ ਤੇ ਉੱਥੇ ਇਹ ਵਚਨ ਆਇਆ ਕਿ ਜਿੱਦਾਂ ਤੁਸੀਂ ਇਸ ਜਗ੍ਹਾ ਦੇ ਵਿੱਚ ਘੰਟਾ 2 ਘੰਟੇ ਵੋਕ ਕਰਕੇ ਆਪਣੇ ਘਰ ਨੂੰ ਮੁੜ ਕੇ ਜਾਂਦੇ ਆ, ਇਸੇ ਹੀ ਤਰ੍ਹਾਂ ਜਦੋਂ ਤੁਸੀਂ ਦੁਨੀਆ ਦਾ ਸਫ਼ਰ ਮੁਕਾਤਾ ਤਾਂ ਤੁਹਾਨੂੰ ਆਪਣੇ ਘਰ ਨੂੰ ਜਾਣਾ ਪੈਣਾ ਹੈ ਤੇ ਉੱਥੇ ਸਾਡਾ ਨਿਆਂ ਹੋਣਾ ਹੈ, ਫੈਸਲਾ ਹੋਣਾ ਹੈ। ਸੋ ਉਸ ਫੈਸਲੇ ਬਾਰੇ, ਉਸ ਜਰਨੀ ਦੇ ਬਾਰੇ, ਉਸ ਯਾਤਰਾ ਬਾਰੇ ਅਸੀਂ ਕੀ ਕਰ ਰਹੇ ਹਾਂ ਜਦੋਂ ਅਸੀਂ ਇਸ ਘਰ ਨੂੰ ਛੱਡ ਕੇ ਜਾਣਾ। 100% ਹਰ ਆਦਮੀ, ਔਰਤ, ਨੌਜਵਾਨ, ਬੁੱਢੇ ਸਭ ਜਾਣਦੇ ਆ ਕਿ ਇੱਕ ਦਿਨ ਸਾਡੇ ਤੇ ਮੌਤ ਆਉਣੀ ਆ, ਪਰ ਉਹਦੇ ਬਾਰੇ ਆਪਾਂ ਸੋਚਦੇ ਨਹੀਂ ਹੈਗੇ। ਇੱਕ ਮੌਤ ਆਉਣੀ ਸਾਰਿਆਂ ਤੇ ਲਾਗੂ ਆ, ਜ਼ਰੂਰੀ ਆ, ਪਰ ਜੋ ਯਿਸੂ ਮਸੀਹ ਦੀ ਕਹਾਣੀ ਆ, ਜੋ ਬਾਈਬਲ ਦੀ ਕਹਾਣੀ ਆ, ਉਹ ਦੂਸਰੀ ਮੌਤ ਬਾਰੇ ਗੱਲ ਕਰਦੀ ਆ ਕਿ ਉਹ ਤੋਂ ਆਪਾਂ ਬਚ ਸਕਦੇ ਹਾਂ। ਪਹਿਲੀ ਮੌਤ ਜਿਹਨੇ ਵੀ ਦੁਨੀਆ ਦੇ ਵਿੱਚ ਆਇਆ, ਜਿਹੜਾ ਇਨਸਾਨ, ਉਹਨੇ ਮਰਨਾ ਹੀ ਮਰਨਾ, ਆ ਸਰੀਰ ਨੂੰ ਛੱਡ ਕੇ ਜਾਣਾ ਹੀ ਜਾਣਾ। ਪਰ ਦੂਸਰੀ ਮੌਤ ਜਿਹੜੀ ਦੁਬਾਦ ਹੋਣੀ ਆ, ਜਿਹੜੀ ਨਰਕਾਂ ਦੇ ਵਿੱਚ ਹੋਣੀ ਆ, ਉਹਦੇ ਬਾਰੇ ਪਰਮੇਸ਼ਰ ਨੇ ਸਾਡੇ ਲਈ ਇੱਕ ਰਾਹ ਤਿਆਰ ਕਰ ਦਿੱਤਾ ਕਿ ਯਿਸੂ ਮਸੀਹ ਸਾਡੇ ਵਾਸਤੇ ਬਲੀ ਬਣ ਕੇ ਆ ਗਏ। ਉਹਨਾਂ ਦਾ ਪਵਿੱਤਰ ਖੂਨ ਇਸ ਕਰਕੇ ਸੀ ਕਿ ਉਹ ਪਵਿੱਤਰ ਬਲੀ ਦੇ ਸਕਦੇ ਸੀ। ਮੇਰੇ ਤੇ ਤੁਹਾਡੇ ਚੰਗੇ ਕੰਮ ਸਾਨੂੰ ਨਹੀਂ ਬਲੀ ਦੇਣ ਦਿੰਦੇ ਸੀਗੇ, ਕਿਉਂਕਿ ਉਹ ਪਰਮੇਸ਼ਰ ਦੇ ਲਾਗੇ ਗੰਦੇ ਕੱਪੜਿਆਂ ਬਰਾਬਰ ਸੀ। ਕਿੰਨੇ ਕੁ ਅਸੀਂ ਚੰਗੇ ਕੰਮ ਕਰਦੇ ਹਾਂ, ਤੁਸੀਂ ਆਪਣੇ ਜੀਵਨ ਦੇ ਵਿੱਚ ਦੇਖੋ। ਮੈਂ ਆਪਣੇ ਜੀਵਨ ਵਿੱਚ ਦੇਖ ਲੈਂਦੀ ਹਾਂ, ਅਸੀਂ ਤਾਂ ਘਰ ਦੇ ਵਿੱਚ 10 ਵਾਰੀ ਦਿਹਾੜੀ 'ਚ ਨਾ, ਬਹੁਤ ਵਾਰੀ ਇੱਕ ਦੂਜੇ ਤੇ ਦੋਸ਼ ਲਾ ਦਿੰਦੇ ਹਾਂ, ਬਹੁਤ ਵਾਰੀ ਗਲਤ ਗੱਲਾਂ ਮੂੰਹੋਂ ਬੋਲ ਦਿੰਦੇ ਹਾਂ, ਤੇ ਉਹਨਾਂ ਸਾਰਿਆਂ ਦਾ ਸਾਨੂੰ ਹਿਸਾਬ ਦੇਣਾ ਪੈਣਾ। ਜਿੱਦਾਂ ਕਿ ਤੁਸੀਂ ਪੇਪਰ ਦਿੰਦੇ ਆ ਜਦੋਂ ਸਕੂਲਾਂ ਦੇ ਵਿੱਚ ਜਾਂ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਹੁੰਦੇ ਆ, ਜਿੰਨੇ ਵੀ ਪੇਪਰ ਦੇ ਵਿੱਚ ਵਰਡ ਲਿਖੇ ਆ ਉਹ ਕੱਲੇ ਜੱਜ ਕੀਤੇ ਜਾਂਦੇ ਆ, ਉਹਨਾਂ ਦੇ ਹਿਸਾਬ ਨਾਲ ਤੁਹਾਡਾ ਰਿਜ਼ਲਟ ਆਉਂਦਾ। ਇਸੇ ਤਰ੍ਹਾਂ ਸਾਡੇ ਰਿਜ਼ਲਟ ਜਿਹੜੇ ਆ ਬਹੁਤ ਖਰਾਬ ਅੱਖਰ ਵਾ ਤੇ ਸਾਨੂੰ ਉਹਦੀ ਸਜ਼ਾ ਮੌਤ ਵਾ। ਚਾਹੇ ਤੁਸੀਂ ਪਾਪ ਕੀਤਾ ਜਾਂ ਨਹੀਂ ਕੀਤਾ, ਪਰ ਜਿਹੜਾ ਸਾਡਾ ਪਰਮੇਸ਼ਰ ਨੇ ਬਹੁਤ ਪਿਆਰਾ ਆਪਣਾ ਪੁੱਤ ਬਣਾਇਆ ਸੀ ਆਪਣੇ ਸਰੂਪ ਤੇ, ਉਹ ਡਿੱਗ ਗਿਆ ਸੀ। ਪਰਮੇਸ਼ਰ ਦੇ ਆਖੇ ਨਾ ਲੱਗਣ ਕਰਕੇ ਉਹ ਪਾਪੀ ਠਹਿਰਾਇਆ ਗਿਆ ਤੇ ਉਹਦੀ ਅਸੀਂ ਔਲਾਦ ਹਾਂ। ਜਿੰਨੇ ਵੀ ਇਸ ਦੁਨੀਆ ਦੇ ਵਿੱਚ ਬੱਚੇ ਆਪਾਂ ਨੂੰ ਜੰਮਦੇ ਆ ਸਾਡੇ ਥਰੂ ਜਾਂ ਤੁਹਾਡੇ, ਉਹ ਪੇ ਦੇ ਨਾਂ ਤੋਂ ਹੀ ਕਹਾਏ ਜਾਂਦੇ ਆ। ਇਸੇ ਤਰ੍ਹਾਂ ਪਹਿਲਾਂ ਪਰਮੇਸ਼ਰ ਨੇ ਐਡਮ ਨੂੰ ਆਪਣਾ ਬੇਟਾ ਹੀ ਬਣਾਇਆ ਸੀਗਾ, ਪਰ ਜਦੋਂ ਉਹ ਆਪਣੇ ਰਾਹ ਤੋਂ ਭਟਕ ਗਿਆ, ਗੁਨਾਹ ਕਰ ਲਿਆ, ਟੈਂਪਟੇਸ਼ਨਸ ਦੇ ਵਿੱਚ ਡਿੱਗ ਪਿਆ, ਉਸ ਵੇਲੇ ਤੋਂ ਉਹਦਾ ਰਿਸ਼ਤਾ ਟੁੱਟ ਗਿਆ। ਤੇ ਅਸੀਂ ਅੱਜ ਉਹਦੇ ਹੀ ਬੱਚੇ, ਬੇਟੇ ਬੇਟੀਆਂ ਆ ਐਡਮ ਦੇ। ਪਰ ਜਦੋਂ ਅਸੀਂ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ, ਜਿਹੜੀ ਉਹਨੇ ਕੁਰਬਾਨੀ ਦਿੱਤੀ ਆ, ਪਵਿੱਤਰ ਖੂਨ ਦੇ ਰਾਹੀਂ ਸਾਨੂੰ ਖਰੀਦ ਲਿਆ, ਉਹ ਕਹਿੰਦਾ ਮੈਂ ਤੁਹਾਡੇ ਪਾਪਾਂ ਦਾ ਨਿਸਤਾਰਾ ਆਪਣੇ ਖੂਨ ਦੇ ਨਾਲ ਦਿੱਤਾ ਆ। ਇੰਨੀ ਵੱਡੀ ਕੀਮਤ ਦਿੱਤੀ ਆ ਤੇ ਸਾਨੂੰ ਕੋਈ ਕੀਮਤ ਨਹੀਂ ਦੇਣੀ ਪੈਂਦੀ, ਆਪਣਾ ਦਿਲ ਉਹਨੂੰ ਦੇਣਾ ਪੈਂਦਾ, ਆਪਣੇ ਗੁਨਾਹ ਉਹਨੂੰ ਦੇ ਕੇ ਤੇ ਉਹਨੂੰ ਆਪਣੇ ਦਿਲ ਵਿੱਚ ਕਬੂਲ ਕਰ ਲਈਏ ਤੇ ਸਾਡੇ ਵਾਸਤੇ ਉਸ ਟੈਕਟ ਨੂੰ, ਉਸ ਜਦੋਂ ਅਸੀਂ ਆਹ ਘਰ ਛੱਡ ਕੇ ਜਾਣਾ, ਉਹ ਟੈਕਟ ਅਸੀਂ ਪਰਮੇਸ਼ਰ ਦੇ ਘਰ ਵਿੱਚ ਜਾ ਸਕਦੇ, ਅਸੀਂ ਉਹਦੇ ਨਾਲ ਰਹਿ ਸਕਦੇ। ਤੇ ਜਦੋਂ ਅਸੀਂ ਇਸ ਦੁਨੀਆ ਦੇ ਵਿੱਚ ਵੀ ਹੈਗੇ ਆ, ਉਹ ਹਰ ਵੇਲੇ ਉਹ ਕਹਿੰਦਾ ਮੈਂ ਤੁਹਾਡੇ ਨਾਲ ਰਹੂੰਗਾ, ਜਿੱਥੇ ਤੂੰ ਜਾਊਂਗਾ ਮੈਂ ਤੇਰੇ ਨਾਲ ਨਾਲ ਜਾਊਂਗਾ। ਪਰ ਖਤਰਾ ਇਹ ਹੁੰਦਾ ਕਈ ਵਾਰੀ ਅਸੀਂ ਆਪਣੀ ਉਂਗਲੀ ਛੁਡਾ ਕੇ ਇਸ ਦੁਨੀਆ ਦੇ ਮੇਲੇ ਵਿੱਚ ਫਸੇ ਰਹਿੰਦੇ ਹਾਂ।
ਜੇ ਤੁਸੀਂ ਇੰਡੀਆ ਨੂੰ ਜਾਣਾ ਜਾਂ ਅਮਰੀਕਾ ਨੂੰ ਜਾਣਾ ਜਾਂ ਹੋਰ ਕਿਸੇ ਮੁਲਕ ਤੇ ਜਾਣਾ, ਤੁਸੀਂ ਕਿਹੜੀ ਫਲਾਈਟ ਦੀ ਟਿਕਟ ਲਓਗੇ? ਜਿੱਥੇ ਵੀ ਤੁਸੀਂ ਡਿਸਾਈਡ ਕਰਦੇ ਆ ਕਿ ਮੈਂ ਜਾਣਾ, ਤੁਹਾਨੂੰ ਚੋਣ ਕਰਨੀ ਪੈਂਦੀ ਆ। ਫਿਰ ਏਜੰਟ ਨੂੰ ਸਾਰੇ ਡਿਟੇਲ ਦੱਸ ਕੇ ਉਹਦੀ ਟਿਕਟ ਖਰੀਦਣੀ ਪੈਂਦੀ ਆ। ਕੀ ਤੁਸੀਂ ਆਪਣਾ ਆਹ ਦੁਨੀਆ ਦਾ ਸਫ਼ਰ ਛੱਡਣਾ, ਜਦੋਂ ਤੁਸੀਂ ਉਹਦੇ ਲਈ ਟਿਕਟ ਲਈ ਆ, ਉਹਦੇ ਲਈ ਫੈਸਲਾ ਕਰ ਲਿਆ ਆ, ਉਹਦੀ ਚੋਣ ਕਰ ਲਈ ਆ ਵੀ ਤੁਸੀਂ ਕਿੱਥੇ ਜਾਣਾ ਹੈ? ਉੱਥੇ ਸਿਰਫ ਦੋ ਹੀ ਜਗ੍ਹਾ ਆ, ਇੱਕ ਪਰਮੇਸ਼ਰ ਦੇ ਨਾਲ ਵਾ ਤੇ ਇੱਕ ਪਰਮੇਸ਼ਰ ਤੋਂ ਜੁਦਾ ਆ। ਫੈਸਲਾ ਮੇਰੇ ਹੱਥ ਵਿੱਚ ਤੇ ਤੁਹਾਡੇ ਹੱਥ ਵਿੱਚ ਆ। ਬਹੁਤ ਪਿਆਰ ਵਾਲਾ ਪਰਮੇਸ਼ਰ ਆ। ਉਹਨੇ ਬਹੁਤ ਸਾਡੇ ਨਾਲ ਸਬਰ ਕਰਦਾ, ਬਾਰ-ਬਾਰ ਸਾਨੂੰ ਸਿਖਾਉਂਦਾ, ਮੌਕੇ ਦਿੰਦਾ ਆ ਕਿ ਆ ਜਾਓ ਮੇਰੇ ਵੱਲ ਨੂੰ। ਉਹ ਆਪਾਂ ਨੂੰ ਪਿਆਰ ਕਰਦਾ ਹੈ, ਸਾਨੂੰ ਨਹੀਂ ਚਾਹੁੰਦਾ ਅਸੀਂ ਇਸ ਦੁਨੀਆ ਦੇ ਵਿੱਚ ਨਰਕਾਂ ਦੇ ਵਿੱਚ ਰਹੀਏ, ਦੁਖੀ ਰਹੀਏ। ਨਹੀਂ ਚਾਹੁੰਦਾ ਅਸੀਂ ਅਸਮਾਨਾਂ ਦੇ ਵਿੱਚ ਜਾ ਕੇ ਉਹ ਤੋਂ ਅਲੱਗ ਰਹੀਏ। ਉਹ ਸਾਡੇ ਨਾਲ ਰਹਿਣਾ ਚਾਹੁੰਦਾ ਹੈ। ਸੋ ਮੇਰੇ ਭੈਣੋ ਤੇ ਭਰਾਵੋ, ਨੌਜਵਾਨੋ, ਮੇਰੇ ਬੱਚਿਓ, ਪ੍ਰਭੂ ਤੁਹਾਡੇ ਅੱਗੇ ਮਿਹਨਤ ਕਰਦਾ ਹੈ, ਰਿਕੁਐਸਟ ਕਰਦਾ ਆ। ਆਪਣਾ ਪਿਆਰ ਦਿਖਾ ਲਿਆ ਉਹਨੇ, ਆਪਣਾ ਇਕਲੌਤਾ ਪੁੱਤਰ ਇਸ ਦੁਨੀਆ ਦੇ ਉੱਤੇ ਭੇਜ ਦਿੱਤਾ, ਜਿਹਦੇ ਉੱਤੇ ਕੋਈ ਸਬੂਤ ਨਹੀਂ ਕਰ ਸਕਿਆ ਸੀ ਕਿ ਇਹ ਪਾਪੀ ਆ। ਕੋਈ ਵੀ ਉੱਤੇ ਸਬੂਤ ਨਹੀਂ ਕਰ ਸਕਿਆ। ਜਿਹਨੀ ਸਜ਼ਾ ਵੀ ਦਿੱਤੀ, ਉਹ ਵੀ ਸਬੂਤ ਨਹੀਂ ਕਰ ਸਕੇ ਸੀਗੇ ਕਿ ਇਹਦੇ ਵਿੱਚ ਕੋਈ ਵੀ ਗੁਨਾਹ ਆ। ਇਸੇ ਕਰਕੇ ਉਹ ਕ੍ਰਾਸ ਤੇ ਚੜਿਆ ਗਿਆ, ਮੇਰੇ ਪਾਪਾਂ ਦੀ ਖਾਤਰ, ਤੁਹਾਡੇ ਪਾਪਾਂ ਦੀ ਖਾਤਰ, ਤਾਂ ਕਿ ਆਪਣਾ ਪਵਿੱਤਰ ਖੂਨ ਬਹਾ ਕੇ ਮੈਨੂੰ ਤੇ ਤੁਹਾਨੂੰ ਉਸ ਮੌਤ ਤੋਂ ਬਚਾ ਲਵੇ, ਜਿਹੜੀ ਸਾਨੂੰ ਪਰਮੇਸ਼ਰ ਤੋਂ ਅਲੱਗ ਕਰਦੀ ਹੈ, ਜਿਹੜੀ ਸਾਨੂੰ ਸਵਰਗਾਂ ਦੇ ਵਿੱਚ ਜਿਹੜਾ ਪਿਤਾ ਜਿਹਨੇ ਸਾਨੂੰ ਬਣਾਇਆ ਉਹ ਤੋਂ ਅਲੱਗ ਕਰਦੀ ਆ। ਪਰ ਫੈਸਲਾ ਤੁਹਾਡਾ ਆ, ਫੈਸਲਾ ਮੇਰਾ ਆ ਕਿ ਮੈਂ ਕਿਹੜੀ ਫਲਾਈਟ ਦੀ ਟਿਕਟ ਲੈਣੀ ਹੈ। ਜਿੱਥੇ ਦੀ ਟਿਕਟ ਲੈ ਲਈ ਤੁਸੀਂ, ਉੱਥੇ ਤੁਸੀਂ ਪਹੁੰਚ ਜਾਣਾ। ਯਿਸੂ ਮਸੀਹ ਸੱਚਾਈ, ਰਾਹ ਤੇ ਜੀਵਨ ਵਾ, ਤੇ ਉਹ ਮੇਲ ਮਿਲਾਪ ਕਰਾਉਂਦਾ ਹੈ। ਪਰ ਜਿਹੜੀ ਦੂਸਰੀ ਆ, ਜੇ ਅਸੀਂ ਨਹੀਂ ਆਖੇ ਲੱਗੇ, ਫਿਰ ਅਸੀਂ ਆਪੇ ਆਟੋਮੈਟਿਕਲੀ ਦੂਜੀ ਜਗ੍ਹਾ ਤੇ ਹੀ ਜਾਣਾ ਹੈ। ਸੋ ਫੈਸਲਾ ਤੁਹਾਡਾ ਹੈ। ਯਿਸੂ ਮਸੀਹ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਆ। ਪਰਮੇਸ਼ਰ ਨੇ ਆਪਣਾ ਪਿਆਰ ਦਿਖਾ ਲਿਆ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਸਾਰੇ ਜਗਤ ਲਈ ਦਿੱਤਾ, ਸਾਰੀ ਦੁਨੀਆ ਲਈ ਦਿੱਤਾ, ਜਿੰਨੇ ਵੀ ਇਸ ਦੁਨੀਆ ਦੇ ਵਿੱਚ। ਪਰ ਬਚਾਏ ਉਹ ਜਾਣਗੇ ਜਿਹੜੇ ਉੱਤੇ ਨੀਚਾ ਕਰਦੇ। ਇਹ ਕਿਸੇ ਦੇ ਨਾਲ ਆਰਗਿਊ ਨਹੀਂ ਹੈਗਾ, ਕਿਸੇ ਨੂੰ ਨੀਵਾਂ ਕਰਨ ਦੀ ਗੱਲ ਨਹੀਂ ਹੈਗੀ, ਕਿਉਂਕਿ ਬਚਨ ਦੱਸਦਾ ਕਿ ਮੈਂ ਤਾਂ ਤੁਹਾਨੂੰ ਪਿਆਰ ਕਰਦਾ ਹਾਂ। ਫੈਸਲਾ ਆਪਣੇ ਹੱਥ ਵਿੱਚ ਆ। ਸੋ ਮੈਂ ਉਮੀਦ ਰੱਖਦੀ ਹਾਂ ਕਿ ਜਿੰਨਾ ਕੁ ਵੀ ਤੁਸੀਂ ਸਮਝ ਸਕੇ ਆ, ਤੁਸੀਂ ਇਸ ਚੀਜ਼ ਨੂੰ ਸਮਝੋ। ਕਰਕੇ ਸੱਚੀ 46 ਈਅਰਸ ਹੋ ਗਏ, 46 ਸਾਲ ਹੋ ਗਏ, ਮੈਂ ਕਹਿੰਦੀ ਹਾਂ ਕਿ ਮੈਂ ਇਹ ਗੁੱਡ ਫੈਸਲਾ ਕੀਤਾ ਸੀਗਾ, ਜਿਹਦੇ ਵਿੱਚ ਮੈਨੂੰ ਚੰਗਿਆਈ ਹੀ ਮਿਲੀ ਆ, ਸ਼ਾਂਤੀ ਮਿਲੀ ਆ, ਬਰਕਤ ਮਿਲੀ ਆ। ਜਦੋਂ ਕੋਈ ਰਾਹ ਨਹੀਂ ਦੱਸਦਾ, ਉਸ ਵੇਲੇ ਜਦੋਂ ਮੈਂ ਪ੍ਰਭੂ ਨੂੰ ਪੁਕਾਰਦੀ, ਉਹ ਮੈਨੂੰ ਰਾਹ ਦਿਖਾਉਂਦਾ ਹੈ। ਉਹ ਐਸੇ ਇਕੱਲਾ ਨਹੀਂ ਕਿ ਅਸੀਂ ਸਵਰਗਾਂ ਦੇ ਵਿੱਚ ਪਿਤਾ ਦੇ ਨਾਲ ਰਹਿਣਾ, ਇਸ ਦੁਨੀਆ ਦੇ ਉੱਤੇ ਵੀ ਉਹ ਸਾਡੀ ਮਦਦ ਕਰਦਾ ਹੈ। ਟੁੱਟੇ ਦਿਲਾਂ ਨੂੰ ਉਹ ਜੋੜਦਾ ਹੈ, ਜਿਹੜੇ ਬੇਚੈਨ ਆ ਉਹਨਾਂ ਨੂੰ ਸ਼ਾਂਤੀ ਦਿੰਦਾ ਹੈ, ਜਿਨ੍ਹਾਂ ਨੂੰ ਪਤਾ ਨਹੀਂ ਉਹਨੇ ਕਿੱਧਰ ਨੂੰ ਜਾਣਾ ਆ, ਉਹ ਬਹੁਤ ਅਕਲ ਦਿੰਦਾ ਹੈ। ਅੱਜ ਮੰਗੋ ਉਹਦੇ ਕੋਲੋਂ, ਖੁੱਲੇ ਦਿਲ ਨਾਲ ਮੰਗੋ, ਜੋ ਸਾਨੂੰ ਬਿਨਾਂ ਅਲਾਮੇ ਦੇ ਦਿੰਦਾ ਹੈ। ਕੋਈ ਖਰਚ ਨਹੀਂ ਆਉਣਾ ਹੈਗਾ, ਸਿਰਫ ਮੰਗਣਾ ਪੈਣਾ ਹੈ। ਜੇ ਤੁਹਾਨੂੰ ਕੋਈ ਕਹੇ ਪਹਾੜ ਤੇ ਜਾਵੋ, ਜਿੱਦਾਂ ਪਹਿਲਾਂ ਕਿਹਾ ਸੀ, ਜਾਂ ਤੁਸੀਂ ਇੰਡੀਆ 'ਚ ਜਾਵੋ ਜਾਂ ਫਲਾਣੀ ਜਗ੍ਹਾ ਤੇ ਜਾਵੋ, ਤਾਂ ਤੁਹਾਨੂੰ ਮੁਕਤੀ ਮਿਲ ਜੂ ਜਾਂ ਤੁਹਾਨੂੰ ਸ਼ਿਫਾ ਮਿਲ ਜੂਗੀ, ਉਹ ਕੋਈ ਗਾਰੰਟੀ ਨਹੀਂ। ਪਰ ਪ੍ਰਭੂ ਦੇ ਵਚਨਾਂ ਦੀ ਸੱਚਾਈ ਦੀ ਗਰੰਟੀ ਆ, ਤਾਂ ਕਿ ਯਿਸੂ ਮਸੀਹ ਨੇ ਕਿਹਾ ਕਿ ਮੈਂ ਸੱਚਾਈ ਤੇ ਜੀਵਨ। ਸੱਚਾਈ ਹੈ, ਸੱਚ ਹੈ, ਟਲਣਾ ਨਹੀਂ। ਉਹ ਕਹਿੰਦੇ ਮੇਰੇ ਵਚਨ ਕਦੀ ਨਹੀਂ ਟਲਣੇ ਹੈਗੇ। ਸੋ ਆ ਜਾਓ ਆਪਾਂ ਅੱਜ ਫੈਸਲਾ ਕਰੀਏ ਤੇ ਪ੍ਰਭੂ ਨੂੰ ਆਪਣਾ ਮੁਕਤੀਦਾਤਾ ਬਣਾ ਲਈਏ। ਕਿੰਨਾ ਸੌਖਾ ਹੈ, ਸਜ਼ਾ ਤਾਂ ਉਹਨੇ ਚੱਕੀ ਆ। ਆਪਾਂ ਆਪਣੇ ਗੰਦੇ ਕੰਮ, ਆਪਣਾ ਗੰਦੇ ਪਾਪ ਜਿਹੜੇ ਸੀਗੇ, ਜਿਹਦੇ ਥੱਲੇ ਅਸੀਂ ਦੱਬੇ ਹੋਏ ਆ, ਫ੍ਰੀ ਕਰਨਾ ਚਾਹੁੰਦਾ ਹੈ। ਤੁਸੀਂ ਨਹੀਂ ਬਦਲ ਸਕਦੇ ਬਾਹਰਲੇ ਕੱਪੜਿਆਂ ਨਾਲ, ਨਹੀਂ ਬਦਲ ਸਕਦੇ ਆਪਣੀ ਪੜ੍ਹਾਈ ਦੇ ਨਾਲ, ਨਹੀਂ ਬਦਲ ਸਕਦੇ ਆਪਣੇ ਆਪ ਨੂੰ, ਨਹੀਂ ਖਰੀਦ ਸਕਦੇ ਨਵਾਂ ਜੀਵਨ ਆਪਣੇ ਪੈਸਿਆਂ ਦੇ ਨਾਲ। ਸਿਰਫ ਤੇ ਸਿਰਫ ਯਿਸੂ ਦੇ ਖੂਨ ਦੇ ਨਾਲ ਹੀ ਅਸੀਂ ਇਹ ਸਭ ਕੁਝ ਖਰੀਦ ਸਕਦੇ ਹਾਂ। ਆਮੇਨ। ਜਿੰਨੇ ਮਰਜ਼ੀ ਮਹਿੰਗੇ ਕੱਪੜੇ ਪਾ ਲਿਓ, ਜਦੋਂ ਮੌਤ ਆ ਗਈ
ਤਾਂ ਕੋਈ ਨਹੀਂ ਬਚਾਊਗਾ। ਸਾਰਾ ਟੱਬਰ ਕੋਲ ਬੈਠ ਸਕਦਾ ਹੈ, ਸਾਰੇ ਡਾਕਟਰ ਕੋਲ ਬੈਠ ਸਕਦੇ, ਸਾਰੀਆਂ ਦਵਾਈਆਂ ਉੱਥੇ ਹੋ ਸਕਦੀਆਂ, ਪਰ ਇੱਕ ਮਿੰਟ ਵੀ ਮੌਤ ਤੋਂ ਅਸੀਂ ਬਚ ਨਹੀਂ ਸਕਦੇ। ਜਦੋਂ ਟਾਈਮ ਆਇਆ ਸਾਨੂੰ ਜਾਣਾ ਪੈਣਾ। ਇਸ ਕਰਕੇ ਅੱਜ ਅਸੀਂ ਫੈਸਲਾ ਕਰ ਲਈਏ ਕਿ ਅਸੀਂ ਜਾਣਾ, ਤੇ ਕਿੱਥੇ ਜਾਣਾ ਹੈ। ਪਰਮੇਸ਼ਰ ਦੇ ਨਾਲ ਆਪਣਾ ਘਰ ਲੈਣਾ, ਜਾਂ ਦੂਸਰੇ ਪਾਸੇ ਸ਼ੈਤਾਨ ਦੇ ਨਾਲ ਨਰਕਾਂ ਦੇ ਵਿੱਚ, ਜਿਹਨੇ ਧੋਖਾ ਦਿੱਤਾ ਸੀ ਐਡਮ ਨੂੰ, ਜਿਹਨੇ ਧੋਖਾ ਦਿੱਤਾ ਈਵ ਨੂੰ, ਉਹਦੇ ਨਾਲ ਜਾਣਾ ਹੈ। ਫੈਸਲਾ ਆਪਣੇ ਹੱਥ ਵਿੱਚ ਆ ਕਿ ਆਪਾਂ ਕਿੱਥੇ ਨੂੰ ਜਾਣਾ। ਮੇਰੀ ਰਿਕੁਐਸਟ ਆ, ਮੇਰੀ ਪ੍ਰਾਰਥਨਾ ਹੈ ਪ੍ਰਭੂ ਦੇ ਅੱਗੇ ਕਿ ਅੱਜ ਪ੍ਰਭੂ ਆਪਣੇ ਤੇ ਕਿਰਪਾ ਕਰੇ, ਕਿਉਂਕਿ ਉਹ ਕਿਰਪਾ ਵਾਲਾ ਪਰਮੇਸ਼ਰ ਆ, ਤੇ ਆਪਾਂ ਨੂੰ ਵਿਜ਼ਡਮ ਦੇਵੇ। ਤੇ ਅੱਜ ਆਪਾਂ ਹੁਣ ਪ੍ਰਾਰਥਨਾ ਕਰਦੇ ਹਾਂ ਤੇ ਗਾਹਾਂ ਵੱਧਦੇ ਹਾਂ। ਆਪਾਂ ਪਹਿਲਾਂ ਪ੍ਰਾਰਥਨਾ ਕਰਾਂਗੇ। ਜਿੱਦਾਂ ਮੈਂ ਕਿਹਾ ਸੀਗਾ, ਜੇ ਤੁਸੀਂ ਅੱਜ ਯਿਸੂ ਮਸੀਹ ਨੂੰ ਪਾਉਣਾ ਚਾਹੁੰਦੇ ਆ, ਤੁਸੀਂ ਅੱਜ ਮੇਰੇ ਨਾਲ ਰਲ ਕੇ ਪ੍ਰੇ ਕਰ ਸਕਦੇ ਆ, ਤੇ ਪ੍ਰਭੂ ਤੁਹਾਡੇ ਪਾਪ ਮਾਫ ਕਰ ਦੂ, ਤੇ ਉਹ ਫਿਰ ਤੁਹਾਨੂੰ ਉਹਦੀ ਆਵਾਜ਼ ਸੁਣੂਗੀ, ਤੇ ਤੁਸੀਂ ਉਹਨਾਂ ਪ੍ਰੇ ਕਰੋਗੇ, ਤੇ ਉਹ ਤੁਹਾਡੇ ਨਾਲ ਗੱਲਾਂ ਕਰੂਗਾ। ਇੱਕ ਚੀਜ਼ ਮੈਂ ਇੱਥੇ ਕਹਿ ਸਕਦੀ, ਹਾਂਜੀ, ਮੈਨੂੰ ਇੱਦਾਂ ਫੀਲਿੰਗ ਆਉਂਦੀ ਹੈ ਕਈ ਵਾਰੀ ਆਪਾਂ ਸੋਚਦੇ ਮੈਂ ਇਹ ਮਗਰੋਂ ਫੈਸਲਾ ਕਰੂੰਗੀ, ਮੈਂ ਆਪਣੇ ਹਸਬੈਂਡ ਨਾਲ ਸਲਾਹ ਕਰੂੰਗੀ, ਆਪਣੀ ਵਾਈਫ ਨਾਲ ਸਲਾਹ ਕਰੂੰਗਾ, ਜਾਂ ਬੱਚਿਆਂ ਨਾਲ। ਪਰ ਮੇਰੀ ਰਿਕੁਐਸਟ ਇਹ ਆ, ਜਾਂ ਮੇਰੀ ਸਮਝ ਇਹ ਆ ਕਿ ਆਪਾਂ ਇਕੱਲੇ ਨੇ ਜਾਣਾ ਆ, ਇਕੱਲੇ ਦਾ ਹੀ ਨਿਆਂ ਹੋਣਾ ਆ। ਸੋ ਤੁਸੀਂ ਇੱਕ ਦੂਜੇ ਨੂੰ ਦੱਸੋ, ਪਰ ਵੇਟ ਨਾ ਕਰੋ, ਪਤਾ ਨਹੀਂ ਕਿਹਦਾ ਟਾਈਮ ਕਦੋਂ ਆਵੇ। ਸੋ ਤੁਸੀਂ ਆਪਣਾ ਫੈਸਲਾ ਆਪ ਕਰੋ ਕਿ ਮੈਂ ਕੀ ਕਰਨਾ ਹੈ। ਹੋ ਸਕਦਾ ਨਾਲ ਦੇ ਸਾਡੇ ਨਾ ਹਾਲੇ ਸਾਥ ਦੇਣ, ਪਰ ਮੈਂ ਪ੍ਰਭੂ ਦੀ ਵਡਿਆਈ ਕਰਦੀ ਹਾਂ ਕਿ ਜਦੋਂ ਅਸੀਂ ਇਹ ਰਸਤਾ ਚੁਣਿਆ, ਅਸੀਂ ਦੋਨਾਂ ਨੇ ਇੱਕੋ ਹੀ ਦਿਨ ਚੁਣ ਲਿਆ। ਇਹ ਪ੍ਰਭੂ ਦੀ ਕਿਰਪਾ ਸੀਗੀ। ਤੇ ਅੱਜ ਮੇਰੀ ਰਿਕੁਐਸਟ ਆ ਤੁਹਾਡੇ ਤੇ ਵੀ ਪ੍ਰਭੂ ਇਹ ਕਿਰਪਾ ਕਰੇ ਕਿ ਤੁਸੀਂ ਤੇ ਤੁਹਾਡਾ ਘਰਾਨਾ ਸਾਰਾ ਹੀ ਬਚਾਇਆ ਜਾਵੇ। ਪਰ ਤੁਸੀਂ ਜਿਹੜੇ ਅੱਜ ਸੁਣ ਰਹੇ ਆ, ਚਾਹੇ ਇਕੱਲੇ ਬੈਠੇ ਆ, ਚਾਹੇ ਕਿੱਦਾਂ ਵੀ, ਤੁਸੀਂ ਆਪਣਾ ਫੈਸਲਾ ਆਪ ਕਰ ਲਓ। ਆਮੀਨ। ਕਰੀਏ ਪ੍ਰੇ ਜੀ। ਥੈਂਕ ਯੂ ਫਾਦਰ, ਥੈਂਕ ਯੂ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਿੰਨੇ ਵੀ ਇਸ ਵੇਲੇ ਮੇਰੇ ਭੈਣ ਭਰਾ ਸਾਰੀ ਦੁਨੀਆ ਦੇ ਚਾਰ ਚੁਫੇਰੇ ਸੁਣ ਰਹੇ ਆ, ਸੋ ਸਵਰਗ ਪਿਤਾ, ਬਹੁਤਿਆਂ ਦੇ ਦਿਲਾਂ ਨੂੰ ਤੁਸੀਂ ਛੂਹਿਆ, ਬਹੁਤ ਦਿਲਾਂ ਦੇ ਤੁਸੀਂ ਵਿੱਚ ਪਾਇਆ, ਉਹਨਾਂ ਨੂੰ ਯਿਸੂ ਮਸੀਹ ਨੂੰ ਆਪਣੇ ਦਿਲ ਦੇ ਵਿੱਚ ਸੱਦਣਾ ਚਾਹੀਦਾ। ਪਰਮੇਸ਼ਰ ਪਿਤਾ ਦੇ ਨਾਲ ਇਸ ਵੇਲੇ ਆਪਣਾ ਰਿਸ਼ਤਾ ਜੋੜਨਾ ਚਾਹੀਦਾ, ਤੇ ਸਵਰਗ ਪਿਤਾ ਉਹ ਤਿਆਰ ਆ। ਤਾਂ ਸਵਰਗ ਪਿਤਾ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਆ, ਜਦੋਂ ਉਹ ਯਿਸੂ ਮਸੀਹ ਦਾ ਇਕਰਾਰ ਕਰਦੇ ਆ, ਜਦੋਂ ਯਕੀਨ ਰੱਖਦੇ ਆ ਉਹ ਮਰਦਿਆਂ ਵਿੱਚੋਂ ਜੀ ਉੱਠਿਆ ਸੀ, ਤਾਂ ਸਵਰਗ ਪਿਤਾ ਤੁਸੀਂ ਉਹਨਾਂ ਨੂੰ ਦੂਸਰਾ ਜਨਮ ਦੇਣਾ, ਉਹ ਬੋਰਨ ਅਗੇਨ ਹੋ ਜਾਣ, ਤੁਹਾਡੇ ਨਾਲ ਚੱਲਣ ਲੱਗ ਪੈਣ। ਤਾਂ ਸਵਰਗ ਪਿਤਾ ਉਹ ਜਾ ਕੇ ਹੋਰ ਸਾਰਿਆਂ ਦੇ ਮੂਹਰੇ ਗਵਾਹੀ ਦੇਣ, ਤਾਂ ਸਵਰਗ ਪਿਤਾ ਕਰਕੇ ਤੁਸੀਂ ਉਹਨਾਂ ਨੂੰ ਆਪਣੇ ਬੇਟੇ ਬੇਟੀਆਂ ਬਣਾ ਲਿਆ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਂ ਦੇ ਵਿੱਚ ਕਰਦੇ ਹਾਂ। ਆਮੀਨ। ਹੁਣ ਆਪਾਂ ਇੱਕ ਹੋਰ ਪ੍ਰੇ ਕਰਨੀ ਹੈ। ਜੇ ਤੁਹਾਨੂੰ ਮਿਰਕਲ ਦੀ ਲੋੜ ਆ, ਤੇ ਤੁਸੀਂ ਕਿਸੇ ਤਰ੍ਹਾਂ ਬਿਮਾਰ ਆ, ਜਾਂ ਕੋਈ ਫੈਮਿਲੀ ਪ੍ਰੋਬਲਮ ਆ, ਜਾਂ ਪੈਸਿਆਂ ਦੀ ਪ੍ਰੋਬਲਮ ਹੈ, ਜਾਂ ਹੋਰ ਕੋਈ ਪ੍ਰੋਬਲਮ ਆ, ਤਾਂ ਤੁਸੀਂ ਮਿਰਕਲ ਚਾਹੁੰਦੇ ਆ, ਪਰਮੇਸ਼ਰ ਜਿਹੜਾ ਉਹ ਜੀਂਦਾ ਆ, ਤੇ ਮਿਰਕਲ ਵਰਕਿੰਗ ਪਰਮੇਸ਼ਰ ਆ, ਉਹ ਬਹੁਤ ਬੜੇ ਹੈਰਾਨਗਰ ਕੰਮ ਕਰ ਰਿਹਾ। ਸੋ ਮੈਂ ਪ੍ਰੇ ਕਰਨੀ ਆ, ਤੁਸੀਂ ਯਕੀਨ ਰੱਖਣਾ, ਬਲੀਵ ਕਰਨਾ, ਤੇ ਪਰਮੇਸ਼ਰ ਤੁਹਾਡੇ ਵਾਸਤੇ ਮਿਰਕਲਸ ਕਰੂਗਾ। ਜੇ ਤੁਸੀਂ ਬਿਮਾਰ ਆ, ਤੁਸੀਂ ਹੁਣੇ ਉੱਠ ਕੇ ਤੁਰ ਪੈਣਾ। ਜੇ ਤੁਹਾਡੀ ਕੋਈ ਚੀਜ਼ ਦੁਖਦੀ ਆ, ਉਹਨੂੰ ਹਿਲਾਉਣ ਲੱਗ ਪੈਣਾ, ਤਾਂ ਦੇਖਿਓ ਤੁਸੀਂ ਉਦੋਂ ਹੀ ਤੁਸੀਂ ਠੀਕ ਹੋ ਜਾਣਾ। ਕਰਕੇ ਜਗਦੀਸ਼ ਨਹੀਂ ਠੀਕ ਕਰਦਾ ਹੈਗਾ, ਪਰਮੇਸ਼ਰ ਠੀਕ ਕਰਦਾ ਆ, ਤੇ ਉਹ ਤੁਹਾਡੇ ਕੋਲ ਖੜਾ ਆ, ਤੁਹਾਡੇ ਉੱਤੇ ਉਹਨੇ ਹੱਥ ਰੱਖਿਆ ਆ, ਤੁਹਾਡੀ ਨੇਚਰ ਦੀ ਵੇਟ ਕਰ ਰਿਹਾ ਆ। ਓਕੇ ਜੀ, ਆ ਜਾਓ ਆਪਾਂ ਹੁਣ ਉਹਨਾਂ ਵਾਸਤੇ ਪ੍ਰੇ ਕਰੀਏ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਆ। ਤੁਸੀਂ ਬਹੁਤ ਮਿਰਕਲ, ਸਾਈਨਸ ਐਂਡ ਵੰਡਰਸ ਕਰਦੇ ਆ। ਜਿੰਨੇ ਵੀ ਮੇਰੇ ਭੈਣ ਭਰਾ ਇਸ ਵੇਲੇ ਸੁਣ ਰਹੇ ਆ, ਜੇ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਕਮੀ ਕਮਜ਼ੋਰੀ ਆ, ਜੇ ਉਹਨਾਂ ਦੇ ਸਰੀਰ ਦੇ ਵਿੱਚ ਇਸ ਵੇਲੇ ਦਰਦ ਪੈਂਦਾ ਆ, ਜਾਂ ਸਵਰਗ ਪਿਤਾ ਹੋਰ ਕੋਈ ਕਿਡਨੀ ਜਾਂ ਹਾਰਟ ਦੀ ਪ੍ਰੋਬਲਮ ਆ, ਜਾਂ ਲਿਵਰ ਦੀ ਪ੍ਰੋਬਲਮ ਆ, ਤਾਂ ਸਵਰਗ ਪਿਤਾ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਆ, ਐਸੇ ਵੇਲੇ ਠੀਕ ਹੋਣ ਲੱਗ ਪੈਣ, ਐਸੇ ਵੇਲੇ ਸਵਰਗ ਪਿਤਾ ਠੀਕ ਹੋ ਜਾਣ। ਸਵਰਗ ਪਿਤਾ ਜਿੰਨੇ ਵੀ ਲੱਤਾਂ ਦੇ ਵਿੱਚ ਜਾਂ ਬਾਹਾਂ ਦੇ ਵਿੱਚ ਜਾਂ ਹੋਰ ਕੋਈ ਉਹਨਾਂ ਤੋਂ ਉੱਠ ਪੈਰ ਨਹੀਂ ਸਕਦੇ ਹੈਗੇ, ਸਵਰਗ ਪਿਤਾ ਜਦੋਂ ਵੀ ਹੁਣ ਕੋਸ਼ਿਸ਼ ਕਰਦੇ ਆ, ਐਸੇ ਵੇਲੇ ਉਹਨਾਂ ਨੂੰ ਜ਼ੋਰ ਦੇ ਦਿਓ, ਤਾਕਤ ਦੇ ਦਿਓ, ਤੇ ਸਵਰਗ ਪਿਤਾ ਜਦੋਂ ਤੁਰਨ ਲੱਗਦੇ ਉਸੇ ਵੇਲੇ ਉਹਨਾਂ ਦੇ ਅੰਦਰ ਜ਼ੋਰ ਆ ਜਾਵੇ, ਤਾਕਤ ਆ ਜਾਵੇ, ਦਰਦ ਜਾਂਦਾ ਰਹੇ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਂ ਦੇ ਵਿੱਚ ਕਰਦੇ ਆ। ਸਵਰਗ ਪਿਤਾ ਜਿੰਨੇ ਵੀ ਪਰਿਵਾਰਾਂ ਦੇ ਵਿੱਚ ਸ਼ੈਤਾਨ ਨੇ ਫਾਟਕ ਪਾਏ ਹੋਏ ਆ, ਜਿੰਨੇ ਵੀ ਪਰਿਵਾਰਾਂ ਦੇ ਵਿੱਚ ਉਹਨੇ ਗੜਬੜ ਪਾਈ ਆ, ਅਸੀਂ ਯਿਸੂ ਮਸੀਹ ਦੇ ਨਾਲ ਹੁਕਮ ਦਿੰਦੇ ਆ, ਉੱਥੇ ਸ਼ਾਂਤੀ ਆ ਜਾਵੇ, ਉੱਥੇ ਧੀਰਜ ਆ ਜਾਵੇ, ਉੱਥੇ ਖੁਸ਼ੀ ਆ ਜਾਵੇ, ਹੁਣੇ ਐਸੇ ਵੇਲੇ ਆਉਣ ਲੱਗ ਪਵੇ।
ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਮ ਵਿੱਚ ਕਰਦੇ ਹਾਂ। ਆਮੀਨ। ਆਮੇਨ। ਆਮੀਨ।